ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ। ਇਨ ਤੇ ਕਾਢ ਲਿਹੋ ਮੇਰੇ ਸੁਆਮੀ ਹਾਰ ਪਰਿਓ ਤੁਮ ਸਾਰਨ। ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਕ ਤਾਰਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੁਆਲ ਛੰਦ ਤਉ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ। ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਧਾਰ। ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਗਰੀਬ ਨਵਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਿਨਾਂ ਨੇ ਬੜੇ ਹੀ ਪਵਿੱਤਰ ਬਚਨ ਗੁਰਬਾਣੀ ਦੇ ਵਿੱਚ ਦਰਜ ਨੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੁਰ ਦੀ ਬਾਣੀ ਦਾ ਭਾਵ ਅਰਥ ਜੇ ਕਰੀਏ ਤਾਂ ਧੁਰ ਦੀ ਬਾਣੀ ਦਾ ਭਾਵ ਅਰਥ ਬਣਦਾ ਹੈ ਜਿਹੜੀ ਵਾਹਿਗੁਰੂ ਜੀ ਦੇ ਦੇਸ਼ ਤੋਂ ਆਈ ਹੈ, ਸੱਚਖੰਡ ਵਿੱਚੋਂ ਆਈ ਹੈ। ਵੈਸੇ ਜੇ ਧਾਰਮਿਕ ਗ੍ਰੰਥਾਂ ਅਨੁਸਾਰ ਵਿਚਾਰ ਕੀਤੀ ਜਾਵੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਖਾਣੀ ਬਾਣੀ ਚਲਤ ਕਰ ਆਵਾ ਗੌਣ ਚਰਿੱਤਰ ਦਿਖਾਈ 84 ਲੱਖ ਜੂਨ ਉਪਾਈ। ਕਹਿੰਦੇ ਨੇ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਨੇ 4 ਖਾਣੀਆਂ ਪੈਦਾ ਕੀਤੀਆਂ, ਅੰਡਜ ਜੇਰੇ ਉਤਪੁਜ ਸੇਤਜ, ਤਾਂ ਉਸ ਸਮੇਂ ਇਹਨਾਂ ਖਾਣੀਆਂ ਦਾ ਵਿਵਹਾਰ ਕਿੱਦਾਂ ਹੋਵੇ, ਕੰਮ ਕਿੱਦਾਂ ਚੱਲੇ, ਤਾਂ ਵਾਹਿਗੁਰੂ ਜੀ ਨੇ ਬਾਣੀ ਪ੍ਰਗਟ ਕੀਤੀ। ਤੇ ਬਾਣੀ ਦੇ 4 ਰੂਪ ਮੰਨੇ ਜਾਂਦੇ ਨੇ, ਬੈਖਰੀ, ਮਧਮਾ, ਪਸੰਤੀ ਤੇ ਪਰਾ। ਬੈਖਰੀ ਕਹਿੰਦੇ ਉੱਚਾ ਬੋਲਣਾ, ਮਧਮਾ ਕੰਠ ਦੇ ਵਿੱਚ, ਪਸੰਤੀ ਹਿਰਦੇ ਦੇ ਵਿੱਚ, ਹਿਰਦੇ ਵਿੱਚ, ਤੇ ਪਰਾ ਨਾਭੀ 'ਚ। ਤਾਂ ਸੰਸਾਰ ਦੀ ਉਤਪੱਤੀ 4 ਖਾਣੀਆਂ ਦੀ ਉਤਪੱਤੀ ਜਦੋਂ ਹੋ ਗਈ, ਆਂਡੇ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਪਜ ਧਰਤੀ ਤੋਂ ਪੈਦਾ ਹੋਣ ਵਾਲੇ ਜਿਵੇਂ ਬਨਸਪਤੀ ਹੈ,
ਤਾਂ ਇਸ ਸੰਸਾਰ ਦਾ ਵਿਵਹਾਰ ਨਹੀਂ ਚੱਲਿਆ, ਫਿਰ ਕੰਮ ਕਾਜ ਨਹੀਂ ਚੱਲਿਆ। ਫਿਰ ਵਾਹਿਗੁਰੂ ਪਰਮੇਸ਼ਰ ਨੇ ਬਾਣੀ ਪੈਦਾ ਕੀਤੀ, ਖਾਣੀ ਬਾਣੀ ਚਲਤ ਕਰ, ਆਵਾ ਗੌਣ ਚਰਿੱਤਰ ਦਿਖਾਈ। ਇਸ ਕਰਕੇ ਵੀ ਬਾਣੀ ਨੂੰ ਧੁਰ ਦੀ ਬਾਣੀ ਕਿਹਾ ਜਾਂਦਾ ਹੈ, ਕਿਉਂ ਇਹ ਵੀ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਉਤਪੰਨ ਹੋਈ ਆ, ਤੇ ਫਿਰ ਇਹਦਾ ਸੰਸਾਰ ਦਾ ਕੰਮ ਕਾਜ ਜਿਹੜਾ ਚੱਲਣਾ ਸ਼ੁਰੂ ਹੋਇਆ। ਇਸੇ ਕਰਕੇ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਫਰਮਾਉਂਦੇ ਨੇ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰਾ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜਿਵ 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 ਫਰਮਾਏ ਤਿਵ ਤਿਵ ਪਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਇਸ ਬਾਣੀ ਦੇ ਨਾਲ ਅਭਿਆਸ ਕਰਦਿਆਂ, ਸਿਮਰਨ ਕਰਦਿਆਂ, ਕਿਉਂ ਬਾਣੀ ਤੇ ਇੱਕ ਸਾਊਂਡ ਹੀ ਆ, ਆਵਾਜ਼ ਹੀ ਆ। ਜੇ ਇਹਦੇ 'ਚ ਅਸੀਂ ਨਾਮ ਨੂੰ ਪਾ ਕੇ ਜਪਾਂਗੇ, ਗੁਰਬਾਣੀ ਪੜਾਂਗੇ, ਤਾਂ ਫਿਰ ਸਾਡਾ ਇਹ ਪਰਮਾਰਥ ਸਿੱਧ ਕਰਦੀ ਹੈ। ਜਿੱਥੇ ਇਸ ਬਾਣੀ ਨਾਲ ਪਰਮਾਰਥ ਸਿੱਧ ਹੁੰਦਾ ਹੈ, ਉੱਥੇ ਵਿਵਹਾਰ ਵੀ ਇਹਦੇ ਸਿਰ ਤੇ ਹੀ ਚੱਲਦੇ, ਕੰਮ ਕਾਜ ਦੁਨੀਆ ਦੇ ਸਾਰੇ। ਇਸ ਕਰਕੇ ਬਾਣੀ ਨੂੰ ਗੁਰੂ ਵੀ ਕਿਹਾ ਗਿਆ, ਕਿਉਂ ਇਹਦੇ ਬਿਨਾਂ ਨਾ ਤੇ ਪਰਮਾਰਥ ਰੱਬ ਦਾ ਰਾਹ ਸਿੱਧ ਹੋਵੇ, ਤੇ ਨਾ ਵਿਵਹਾਰ ਦੁਨੀਆ ਦਾ ਕੰਮ ਚੱਲੇ। ਜਿਹੜੇ ਗੁਰਮੁਖ ਪਿਆਰੇ ਬਾਣੀ ਪੜ੍ਹਦੇ ਨੇ, ਉਹਨਾਂ ਵਾਸਤੇ ਧਾਰਮਿਕ ਗ੍ਰੰਥਾਂ ਨੇ 3 ਚੀਜ਼ਾਂ ਲਾਜ਼ਮੀ ਕੀਤੀਆਂ ਨੇ, ਧਾਰਨਾ, ਧਿਆਨ ਤੇ ਸਮਾਧੀ। ਹੁਣ ਇਸ ਬਾਣੀ ਦੇ ਵਿੱਚ ਅਸੀਂ ਜਦੋਂ ਆਪਣੇ ਨਾਮ ਨੂੰ ਪਾ ਕੇ ਅਭਿਆਸ ਕਰਦੇ ਹਾਂ, ਜਾਂ ਇਸ ਬਾਣੀ ਨਾਲ ਪ੍ਰਮਾਤਮਾ ਦੀ ਉਸਤਤ ਕਰਦੇ ਹਾਂ, ਜਾਂ ਨਾਮ ਜਪਦੇ ਹਾਂ, ਤਾਂ ਚਿੱਤ ਨੂੰ ਠਹਿਰਾਉਣ ਦੇ ਵਿੱਚ ਇਹ ਸਹਾਇਤਾ ਕਰਦੀ ਹੈ, ਜਿਹਨੂੰ ਕਹਿੰਦੇ ਧਾਰਨਾ। ਧਾਰਨਾ ਕਹਿੰਦੇ ਨੇ ਦੇਸ਼ ਬੰਦਸ਼ ਚਿਤਸਯ ਧਾਰਣਾ, ਵੀ ਨਾਭੀ ਚੱਕਰ ਜਿਹਨੂੰ ਧੁਨੀ ਕਹਿ ਦਿੰਦੇ, ਜਾਂ ਹਿਰਦਾ ਕਮਲ, ਇਹ ਸਰੀਰ ਦੇ ਅੰਦਰ, ਜਾਂ ਫਿਰ ਬਾਹਰ ਆਕਾਸ਼ ਜਾਂ ਸੂਰਜ ਜਾਂ ਚੰਦਰਮਾ ਜਾਂ ਦੇਵਤਾ ਜਾਂ ਮੂਰਤੀ, ਜਾਂ ਫਿਰ ਜਿਵੇਂ ਆਪਣੇ ਸਿੱਖ ਸ਼ਬਦ ਦੇ ਵਿੱਚ, ਏਦਾਂ ਚਿੱਤ ਨੂੰ ਕਿਸੇ ਇੱਕ ਥਾਂ ਤੇ ਟਿਕਾਉਣਾ। ਕਈ ਨਾਭੀ 'ਚ ਟਿਕਾਉਂਦੇ ਆ, ਕਈ ਭਰਵੱਟਿਆਂ ਦੇ ਵਿਚਕਾਰ ਟਿਕਾਉਂਦੇ ਆ, ਹਿੰਦੂ ਧਰਮ ਦੇ ਵਿੱਚ ਮੂਰਤੀ 'ਚ ਟਿਕਾਉਣਾ, ਜਾਂ ਸੂਰਜ 'ਚ ਟਿਕਾਉਣਾ, ਜਾਂ ਚੰਦਰਮਾ 'ਚ ਟਿਕਾਉਣਾ, ਜਾਂ ਕਿਸੇ ਦੇਵਤੇ ਟਿਕਾਉਣਾ। ਤੇ ਸਿੱਖ ਸ਼ਬਦ ਸੁਰਤ ਅਭਿਆਸ ਕਰਦੇ ਆ, ਆਪਣੀ ਸੁਰਤ ਨੂੰ ਸ਼ਬਦ 'ਚ ਟਿਕਾਉਂਦੇ। ਤਾਂ ਇੱਕ ਦੇਸ਼ ਮੈਨੇ ਇੱਕ ਥਾਂ ਤੇ ਚਿੱਤ ਨੂੰ ਟਿਕਾਉਣਾ, ਲਾਉਣ ਦਾ ਯਤਨ ਕਰਨਾ, ਇਹਨੂੰ ਧਾਰਨਾ ਕਹਿੰਦੇ। ਹੌਲੀ ਹੌਲੀ ਬਾਣੀ ਪੜ੍ਹਦੇ ਆਂ, ਬਾਣੀ ਦੇ ਨਾਲ ਨਾਮ ਦਾ ਅਭਿਆਸ ਕਰਦੇ ਆਂ, ਇਹ ਪਹਿਲੀ ਅਵਸਥਾ ਕੀ ਬਣਦੀ ਹੈ? ਧਾਰਨਾ। ਵੀ ਜਾਂ ਤੇ ਨਾਭੀ 'ਚ ਟਿਕੇਗਾ, ਜਾਂ ਮੱਥੇ ਦੇ ਵਿਚਕਾਰ ਟਿਕੇਗਾ, ਜਾਂ ਹਿਰਦੇ ਕਮਲ 'ਚ ਟਿਕੇਗਾ, ਜਾਂ ਕਿਸੇ, ਜੇ ਹਿੰਦੂ ਧਰਮ ਦਾ ਕੋਈ ਪ੍ਰੇਮੀ ਤਾਂ ਦੇਵੀ ਦੇਵਤੇ ਵਿੱਚ, ਸੂਰਜ ਜੀ, ਚੰਦਰਮਾ ਆਦਿ। ਤੇ ਸਿੱਖ ਦਾ ਚਿੱਤ ਕਿੱਥੇ ਟਿਕਣਾ ਸ਼ੁਰੂ ਹੁੰਦਾ? ਸ਼ਬਦ 'ਚ। ਕੁਝ ਚਿਰ ਖਲੋਣਾ ਸ਼ੁਰੂ ਹੁੰਦਾ, ਉਹਨੂੰ ਧਾਰਨਾ ਕਹਿ ਦਿੰਦੇ ਹਨ। ਫਿਰ ਦੂਸਰੀ ਅਵਸਥਾ ਆਉਂਦੀ ਹੌਲੀ ਹੌਲੀ, ਉਹ ਕੀ ਹੁੰਦੀ ਆ? ਤਤਰ ਪ੍ਰਤੀ ਏਕਤਾਨਤਾ ਧਿਆਨਮ। ਜਿਸ ਵਸਤੂ ਦੇ ਵਿੱਚ ਅਸੀਂ ਚਿੱਤ ਟਿਕਾਉਣ ਦਾ ਯਤਨ ਕਰਦੇ ਸੀ, ਉਹਦੇ ਵਿੱਚ ਚਿੱਤ ਦੀ ਬਿਰਤੀ ਇਕਾਗਰ ਹੋ ਜੇ, ਟਿਕ ਜਾਵੇ, ਉਹਨੂੰ ਧਿਆਨ ਕਹਿੰਦੇ ਆ। ਤੇ ਤਥਾਈਵ ਅਰਥ ਮਾਤਰ ਨਿਰਭਾਸਮ ਸਰੂਪ ਸ਼ੂਨਯਮ ਇਵ ਸਮਾਧੀ।
ਜਦੋਂ ਸਿਰਫ ਵਾਹਿਗੁਰੂ ਹੀ ਰਹਿ ਜੇ ਤੇ ਆਪਣੇ ਆਪ ਦਾ ਚੇਤਾ ਭੁੱਲ ਜੇ ਵੀ ਮੈਂ ਕੌਣ ਆ, ਕਦੋਂ ਦਾ ਬੈਠਾ ਵਾਂ, ਹਉਮੈ ਦੀ ਪ੍ਰਤੀਤੀ ਖਤਮ ਹੋ ਜੇ, ਸਿਰਫ ਧੇ ਮਾਤਰ ਰਹਿ ਜੇ ਜਿਹਦੇ ਵਿੱਚ ਚਿੱਤ ਟਿਕਾਉਂਦੇ ਸੀ, ਬਸ ਉਹਦਾ ਖਿਆਲ ਹੀ ਰਹਿ ਜੇ, ਆਪਣਾ ਆਪ ਖਤਮ ਹੋ ਜੇ, ਉਹਨੂੰ ਸਮਾਧੀ ਕਿਹਾ ਗਿਆ। ਤਾਂ ਇਦਾਂ ਜਿਹੜੀ ਬਾਣੀ ਆ ਇਹ ਸਹਾਇਤਾ ਕਰਦੀ ਆ ਮਨ ਨੂੰ ਟਿਕਾਉਣ ਦੇ ਵਿੱਚ। ਇਸ ਕਰਕੇ ਮੂਲ ਰੂਪ ਦੇ ਵਿੱਚ ਬਾਣੀ ਨੂੰ ਗੁਰੂ ਇਸੇ ਕਰਕੇ ਮੰਨਿਆ ਜਾਂਦਾ ਹੈ। ਜਿਹੜੀ ਕਥਾ ਆਪਾਂ ਕਰਦੇ ਪਏ ਆ, ਆਪ ਜੀ ਕਰਾਉਂਦੇ ਪਏ ਹੋ, ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਹੈ। ਵੈਸੇ ਤੇ ਗੁਰਬਾਣੀ ਦੇ ਅਰਥ ਸਮਝ ਦੇ ਵਿੱਚ ਆਉਣੇ ਇਹ ਵੀ ਬੜੀ ਭਾਗਾਂ ਦੀ ਗੱਲ ਹੈ। ਮੰਨ ਲਓ ਤੁਸੀਂ ਤੁਰੇ ਜਾਂਦੇ ਹੋ ਪਰਿਕਰਮਾ ਦੇ ਵਿੱਚ ਤੇ ਤੁਹਾਨੂੰ ਕੋਈ ਗੁਰਬਾਣੀ ਦੀ ਤੋਕ ਤੁਹਾਡੇ ਕੰਨਾਂ 'ਚ ਪੈਂਦੀ ਆ, ਤੁਹਾਨੂੰ ਉਹਦਾ ਅਰਥ ਸਮਝ 'ਚ ਆਉਂਦਾ, ਤਾਂ ਆਪਾਂ ਕੀ ਕਹਿੰਦੇ ਆ ਵੀ ਵਾਹ ਬਈ ਵਾਹ, ਕਿੰਨੇ ਸਵਾਦ ਵਾਲੀ ਬਾਣੀ ਆ ਤੇ ਕਿੱਡਾ ਸੋਹਣਾ ਅਰਥ ਆ। ਇਹ ਵੀ ਬੜੀ ਕਿਰਪਾ ਵਾ। ਪਰ ਇਹਦੇ ਨਾਲੋਂ ਵੀ ਵੱਡੀ ਕਿਰਪਾ ਕੀ ਆ ਵੀ ਗੁਰਬਾਣੀ ਦਾ ਅਰਥ ਸਮਝ ਆਉਣਾ ਇਹ ਵੀ ਠੀਕ ਹੈ, ਔਰ ਇਸ ਤੋਂ ਵੀ ਵੱਡੀ ਕਿਰਪਾ ਇਹ ਹੁੰਦੀ ਹੈ ਵੀ ਇਹ ਜਿਹੜੀ ਤੋਕ ਆ, ਇਹ ਬਾਣੀ ਆ, ਇਹ ਮੈਨੂੰ ਸਮਝਾਉਂਦੀ ਪਈ ਹੈ, ਮੈਨੂੰ ਕਹਿੰਦੀ ਪਈ ਆ, ਮੈਨੂੰ ਦੱਸਦੀ ਪਈ ਆ, ਇਹ ਤਾਂ ਮੇਰੇ ਵਾਸਤੇ ਆ। ਹੁਣ ਕਿੰਨਾ ਫਰਕ ਹੋ ਗਿਆ, ਕਜਾ ਵੀ ਗੁਰਬਾਣੀ ਦੀ ਪੰਕਤੀ ਦਾ ਆਹ ਅਰਥ ਬਣਦਾ ਵਾ, ਤੇ ਕਜਾ ਵੀ ਇਹ ਗੁਰਬਾਣੀ ਦੀ ਪੰਕਤੀ ਮੇਰੇ ਵਾਸਤੇ ਮਹਾਰਾਜ ਨੇ ਕਹੀ ਹੈ, ਮੇਰਾ ਮਨ ਮਹਾਰਾਜ ਪੜ੍ਹਦੇ ਪਏ। ਇਹ ਹੋਰ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤਾਂ ਇਹ ਜਿਹੜੀ ਬਾਣੀ ਹੈ ਇਹ ਕਲਗੀਧਰ ਮਹਾਰਾਜ ਦੀ ਬਾਣੀ, ਤੇ ਸਾਡੇ ਜਿਹੜੇ ਸਿੱਖ ਵਿਦਵਾਨ ਨੇ ਜਾਂ ਧਾਰਮਿਕ ਵਿਦਵਾਨ ਨੇ, ਉਹ ਧਾਰਮਿਕ ਜਿਹੜੇ ਕਵਿਤਾ ਹੁੰਦੀ ਉਹਨੂੰ ਰਹੱਸਵਾਦ ਕਹਿੰਦੇ ਆ, ਕਿਉਂ ਉਹਦੇ ਵਿੱਚ ਜਿਹੜੇ ਸ਼ਬਦ ਵਰਤੇ ਗਏ ਉਹ ਸਾਰੇ ਰਹੱਸ ਹੀ ਆ, ਉਹ ਪ੍ਰਤੱਖ ਤੇ ਪ੍ਰਤੀਤ ਹੁੰਦੇ ਨਹੀਂ। ਜਿਵੇਂ ਪ੍ਰਮਾਤਮਾ ਪ੍ਰਤੱਖ ਤੇ ਦੇਖਿਆ ਨਹੀਂ ਕਿਸੇ ਨੇ, ਮਨ ਬੁੱਧ ਚੇਤਾ ਹੰਕਾਰ ਆ, ਇਹ ਪ੍ਰਤੱਖ ਨਹੀਂ ਚੀਜ਼ਾਂ ਦੇਖਦੀਆਂ, ਇਹਨਾਂ ਦਾ ਇੱਕ ਰਹੱਸ ਬਣਿਆ ਰਹਿੰਦਾ ਹੈ। ਇਸੇ ਕਰਕੇ ਧਾਰਮਿਕ ਕਵਿਤਾ ਨੂੰ ਰਹੱਸਵਾਦ ਕਿਹਾ ਜਾਂਦਾ ਹੈ। ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਤਮਾ ਕਿਹਾ ਵਾ, ਰਾਮ ਕਿਹਾ ਵਾ, ਹਰੀ ਕਿਹਾ ਵਾ, ਵਾਹਿਗੁਰੂ ਕਿਹਾ ਵਾ, ਉਹਨੂੰ ਹੀ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕਾਲ ਕਿਹਾ ਵਾ, ਮਹਾਕਾਲ ਕਿਹਾ ਵਾ, ਖੰਡਾ ਕਿਹਾ ਵਾ, ਸ੍ਰੀ ਸਾਹਿਬ ਕਿਹਾ ਵਾ, ਕਾਲੀ ਕਿਹਾ ਵਾ। ਤਾਂ ਕਲਗੀਧਰ ਜੀ ਦੀ ਬਾਣੀ ਵੀ ਰਹੱਸਵਾਦ। ਕਲਗੀਧਰ ਜੀ ਨੇ ਇੱਕ ਨਵੇਂ ਅਰਥ ਦਿੱਤੇ ਨੇ। ਅੱਗੇ ਤਾਂ ਇਹ ਨਾਂ ਸੁਣੇ ਸੀ ਵੀ ਪ੍ਰਮਾਤਮਾ ਵਾ, ਹਰੀ ਆ, ਕ੍ਰਿਸ਼ਨ ਆ, ਅੱਲਾ ਵਾ, ਖੁਦਾ ਵਾ, ਪਰ ਕਲਗੀਧਰ ਜੀ ਕਹਿੰਦੇ ਕਿ ਉਹ ਸ਼ਸਤਰ ਵੀ ਆ, ਉਹ ਸ਼ਕਤੀ ਵੀ ਆ, ਉਹ ਤਾਕਤ ਵੀ ਆ। ਤਾਂ ਸ੍ਰੀ ਸਾਹਿਬ ਨੂੰ ਪ੍ਰਮਾਤਮਾ ਦਾ ਨਾਮ ਦੇਣਾ, ਸ਼ਸਤਰਾਂ ਨੂੰ ਪ੍ਰਮਾਤਮਾ ਦਾ ਨਾਮ ਦੇਣਾ, ਕਾਲ ਮਹਾਕਾਲ ਆਦਿਕ ਨਾਮ ਵਰਤਣੇ, ਇਹ ਕਲਗੀਧਰ ਜੀ ਦੀ ਨਵੀਂ ਦੇਣ ਹੈ, ਕਿਉਂਕਿ ਉਹ ਬੀਰ ਰਸ ਭਰਨਾ ਚਾਹੁੰਦੇ ਸਨ। ਤਾਂ ਉਹਨਾਂ ਦੀ ਜਿਹੜੀ ਕਵਿਤਾ ਵਾ ਉਹ ਰਹੱਸਵਾਦ ਵਾਲੀ ਕਵਿਤਾ ਹੈ। ਵੈਸੇ ਤੇ ਜਿੰਨਾ ਵੀ ਧਾਰਮਿਕ ਸਾਹਿਤ ਹੁੰਦਾ, ਕਿਉਂ ਰਹੱਸ ਦੀ ਗੱਲ ਕਰਦਾ ਹੈ, ਸਾਰਾ ਹੀ ਰਹੱਸਵਾਦ ਹੀ ਹੁੰਦਾ ਹੈ। ਤਾਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿਹੜੀ ਗੁਰਬਾਣੀ ਦੀ ਕਥਾ ਹੈ, ਸ੍ਰੀ ਜਾਪ ਸਾਹਿਬ ਦੀ ਕਥਾ, ਇਹਦੀਆਂ 78 ਪੌੜੀਆਂ ਹੋ ਚੁੱਕੀਆਂ ਨੇ। ਹੁਣ ਇਸ ਤੋਂ ਅੱਗੇ ਰੁਆਲ ਛੰਦ ਅੰਦਰ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ।
ਗਰੀਬ ਨਵਾਜ ਫਰਮਾਉਂਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੁਵਾਲ ਛੰਦ ਤੋ ਪ੍ਰਸਾਦ, ਆਦ ਰੂਪ ਅਨਾਦ ਮੂਰਤ, ਅਜੋਨ ਪੁਰਖ ਅਪਾਰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੇਰੀ ਸਿਫਤ ਤੇਰੀ ਕਿਰਪਾ ਨਾਲ ਹੀ ਹੋ ਸਕਦੀ ਹੈ, ਇਸ ਕਰਕੇ ਤੋ ਪ੍ਰਸਾਦ। ਹੁਣ ਆਪ ਜੀ ਦੀ ਸਿਫਤ, ਆਪ ਜੀ ਦੀ ਉਸਤਤ ਤੁਹਾਡੀ ਕਿਰਪਾ ਦੇ ਨਾਲ ਰੁਵਾਲ ਛੰਦ ਅੰਦਰ ਮਹਾਰਾਜ ਕਹਿੰਦੇ ਮੈਂ ਕਰਨ ਲੱਗਾ। ਆਦ ਰੂਪ ਅਨਾਦ ਮੂਰਤ, ਆਦ ਕਹਿੰਦੇ ਮੁੱਢ ਨੂੰ। ਵਾਹਿਗੁਰੂ ਜੀ ਕਿੱਦਾਂ ਦਾ ਸਰੂਪ ਹੈ, ਕਿੱਦਾਂ ਦਾ ਰੂਪ ਹੈ, ਸਭ ਦਾ ਮੁੱਢ ਹੈ। ਜਿਵੇਂ ਬੀਜ ਜਿਹੜਾ ਹੈ ਉਹ ਦਰਖਤ ਦਾ ਮੁੱਢ ਹੈ। ਹੁਣ ਜੇ ਬੀਜ ਨੂੰ ਆਪਾਂ ਹੱਥ 'ਚ ਲਈਏ ਤੇ ਕੋਈ ਮੰਨ ਸਕਦਾ ਵੀ ਇਹਦੇ ਵਿੱਚੋਂ ਏਡਾ ਵੱਡਾ ਦਰਖਤ ਉੱਗੇਗਾ? ਤਾਂ ਇਹ ਗੱਲ ਨਾ ਦਿਖਣ 'ਚ ਆਉਂਦੀ ਆ ਨਾ ਮੰਨਣ 'ਚ ਆਉਂਦੀ ਆ ਜਦੋਂ ਬੀਜ ਨੂੰ ਅਸੀਂ ਲੈਂਦੇ ਹੱਥ 'ਚ। ਪਰ ਉਸ ਬੀਜ ਦੇ ਵਿੱਚ ਸੂਖਮ ਰੂਪ ਦੇ ਵਿੱਚ ਸਾਰਾ ਦਰਖਤ ਸਮਾਇਆ ਪਿਆ। ਜਦੋਂ ਉਹਨੂੰ ਧਰਤੀ ਦੀ ਕੁੱਖ ਪ੍ਰਾਪਤ ਹੁੰਦੀ ਹੈ, ਅਨੁਕੂਲ ਵਾਤਾਵਰਨ ਪ੍ਰਾਪਤ ਹੁੰਦਾ ਹੈ, ਤਾਂ ਉਹਦੇ ਵਿੱਚੋਂ ਫਿਰ ਦਰਖਤ ਪੈਦਾ ਹੁੰਦਾ। ਤਾਂ ਬੀਜ ਕੀ ਆ? ਮੁੱਢ। ਤਾਂ ਸੰਸਾਰ ਦਾ ਮੁੱਢ ਕੌਣ ਹੈ? ਇਹ ਜੋ ਵੀ ਦਿਖਦਾ ਪਸਾਰਾ ਹੈ, ਇਹਦੀਆਂ ਜੜ੍ਹਾਂ ਕੌਣ ਹੈ? ਬੀਜ ਰੂਪ ਕੌਣ ਹੈ? ਕਿੱਥੋਂ ਪੈਦਾ ਹੋਇਆ? ਤਾਂ ਆਦ ਰੂਪ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਆਪ ਜੀ ਹੈਰਾਨ ਹੋਵੋਗੇ, ਇੱਕ ਮਹਾਂਪੁਰਸ਼ ਹੋਏ ਨੇ, ਉਹਨਾਂ ਦਾ ਬੜਾ ਸੋਹਣਾ ਇਤਿਹਾਸ ਧਾਰਮਿਕ ਗ੍ਰੰਥਾਂ ਦੇ ਅੰਦਰ ਲਿਖਿਆ ਹੈ। ਉਹਨਾਂ ਦਾ ਨਾਮ ਆਉਂਦਾ ਹੈ ਜੜ ਭਰਤ। ਕਹਿੰਦੇ ਭਰਥਰੀ ਹਰੀ ਜੀ ਦਾ ਪਿਛਲਾ ਜਨਮ, ਇਸ ਤਰ੍ਹਾਂ ਵੀ ਕਹਿ ਦਿੰਦੇ ਕਿ ਜੜ ਭਰਤ ਦੇ ਰੂਪ ਦੇ ਵਿੱਚ। ਚਲੋ ਇਹ ਤਾਂ ਆਪੋ ਆਪਣੀ ਵਿਚਾਰ ਹੈ, ਤਾਂ ਵਾਹਿਗੁਰੂ ਜਾਣਦਾ ਵੀ ਪਿਛਲੇ ਜਨਮ 'ਚ ਕੌਣ ਕੀ ਸੀ, ਇਹ ਤਾਂ ਵਾਹਿਗੁਰੂ ਨੂੰ ਪਤਾ ਹੈ। ਤਾਂ ਉਹਨਾਂ ਪਿਛਲੇ ਜਨਮ ਦੇ ਵਿੱਚ ਵੀ ਬੜੀ ਭਗਤੀ ਕੀਤੀ, ਬੰਦਗੀ ਕੀਤੀ ਸੀ, ਪਰ ਉਹਨਾਂ ਦਾ ਪ੍ਰੇਮ ਮੋਹ ਜਿਹੜਾ ਸੀ, ਇੱਕ ਹਿਰਣੀ ਦੇ ਬੱਚੇ ਦੇ ਨਾਲ ਪੈ ਗਿਆ ਜੰਗਲ ਦੇ ਵਿੱਚ ਜਦੋਂ ਤਪ ਕਰਦੇ ਸੀ, ਬੰਦਗੀ ਕਰਦੇ ਸੀ। ਹੁਣ ਜਿਹੜਾ ਮੋਹ ਹੈ ਉਹ ਭਾਵੇਂ ਬੰਦੇ 'ਚ ਪੈ ਜੇ, ਪਸ਼ੂ 'ਚ ਪੈ ਜੇ, ਪੰਛੀ 'ਚ ਪੈ ਜੇ, ਧਰਤੀ 'ਚ ਪੈ ਜੇ, ਇਹ ਮੁਕਤ ਨਹੀਂ ਹੋਣ ਦਿੰਦਾ। ਇਸੇ ਕਰਕੇ ਮਹਾਰਾਜ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ, ਉਹਦੇ ਵਿੱਚ ਸਾਰੇ ਵਿਸ਼ੇ ਗਿਣੇ ਨੇ ਵੀ ਜੇ ਮਕਾਨ ਦੇ ਵਿੱਚ ਮੋਹ ਰਹਿ ਜੇ ਤਾਂ ਵੀ ਮੁਕਤ ਨਹੀਂ ਹੁੰਦਾ, ਜੇ ਪੈਸੇ 'ਚ ਮੋਹ ਰਹਿ ਜੇ ਤਾਂ ਵੀ ਮੁਕਤ ਨਹੀਂ ਹੁੰਦਾ, ਜੇ ਬੱਚਿਆਂ 'ਚ ਮੋਹ ਰਹਿ ਜੇ ਤਾਂ ਇਦਾਂ ਦੀ ਜੂਨੀ ਪ੍ਰਾਪਤ ਹੁੰਦੀ ਹੈ। ਤਾਂ ਉਸ ਮੋਹ ਕਰਕੇ ਉਹਨਾਂ ਦਾ ਮੁਕਤੀ, ਉਹਨਾਂ ਨੂੰ ਨਾ ਮਿਲੀ ਤੇ ਦੁਬਾਰਾ ਜਨਮ ਪ੍ਰਾਪਤ ਹੋਇਆ, ਪਰ ਗਿਆਨ ਬਣਿਆ ਰਿਹਾ। ਉਹ ਜੜ ਵੱਤ, ਪੱਥਰ ਵੱਤ, ਫਿਰ ਉਹਨਾਂ ਜਿੱਥੇ ਬੈਠੇ ਬੈਠੇ ਰਹਿਣਾ, ਜਿੱਥੇ ਖਲੋਤੇ ਖਲੋਤੇ ਰਹਿਣਾ, ਨਾ ਕਿਸੇ ਨਾਲ ਬਹੁਤਾ ਬੋਲਣਾ, ਗੱਲ ਕਰਨੀ, ਜੰਗਲ ਦੇ ਵਿੱਚ ਵਿਚਰਦੇ ਰਹਿਣਾ। ਉਹ ਨਾਂ ਪੈ ਗਿਆ ਉਹਨਾਂ ਦਾ ਜੜ ਭਰਤ। ਇੱਕ ਰਾਜਾ ਸੀ, ਉਹ ਆਪਣਾ ਮਨ ਸ਼ਾਂਤ ਕਰਨਾ ਚਾਹੁੰਦਾ ਸੀ ਵੀ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ, ਕਿਉਂਕਿ ਪੂਰਨ ਸ਼ਾਂਤੀ ਬ੍ਰਹਮ ਗਿਆਨ ਤੋਂ ਬਿਨਾਂ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਤੇ ਬ੍ਰਹਮ ਗਿਆਨ ਕਹਿੰਦੇ ਜਿੱਥੇ ਦੂਜਾ ਨਾ ਰਵੇ, ਇੱਕ ਹੀ ਰਹਿ ਜੇ ਬਸ। ਜਿਹਨੂੰ ਮਹਾਰਾਜ ਜੀ ਲਿਖਦੇ ਨੇ ਵੀ ਦ્વੈਤ ਏਕ ਰੂਪ ਹੋਇਆ ਗਿਆ। ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੜ ਭਰਤ ਬ੍ਰਹਮ ਗਿਆਨੀ ਸਨ। ਰਾਜੇ ਨੂੰ ਪਤਾ ਲੱਗਾ ਵੀ ਇੱਕ ਮਹਾਤਮਾ ਇਦਾਂ ਦੇ ਨੇ ਵੀ ਜਿਹੜੇ ਬ੍ਰਹਮ ਗਿਆਨੀ, ਉਹ ਇਹ ਕਿਰਪਾ ਕਰ ਸਕਦੇ ਆ। ਨਹੀਂ ਤੇ ਵੇਖ ਲਓ, ਬਾਦਸ਼ਾਹ ਸੀ ਤੇ ਬਾਦਸ਼ਾਹ ਨੂੰ ਕਿਸੇ ਪਦਾਰਥ ਦੀ ਕਮੀ, ਇੰਦਰੀਆਂ ਦੇ ਰਸ ਦੀ ਕਮੀ ਨਹੀਂ ਹੈ। ਜ਼ੁਬਾਨ ਹੀ ਹਿਲਾਉਣੀ ਆ, ਸਾਰੇ ਵਿਸ਼ਿਆਂ ਦੇ ਰਸ ਹਾਜ਼ਰ।
पर फिर भी ਉਹਦੇ ਮਨ ਨੂੰ शांति नहीं आई। क्यों महाराज कहते विख्या मैं किन्ही तृप्त ना पाई, ज्यों पावक ईंधन नहीं धरापै, बिन हर कहाँ अगाई। ਤਾਂ ਉਹਦੀ ਪਾਲਕੀ ਤੁਰੀ ਜਾਂਦੀ ਹੈ। 4 ਜਾਣਿਆਂ ਨੇ ਪਾਲਕੀ ਨੂੰ ਚੁੱਕਿਆ, ਇੱਕ ਜਾਣਾ ਬਿਮਾਰ ਹੋ ਗਿਆ। ਤਾਂ ਰਾਜੇ ਦੇ ਨੌਕਰ ਇੱਕ ਬੰਦਾ ਲੱਭਣ ਵਾਸਤੇ ਆਸੇ-ਪਾਸੇ ਦੇਖਣ ਲੱਗੇ। ਉਹਨਾਂ ਦੇਖਿਆ ਕਿ ਵੀ ਇੱਕ ਬੜਾ ਜਵਾਨ ਸਾਧੂ ਚੌਂਕੜਾ ਮਾਰ ਕੇ ਬੈਠਾ। ਉਹਨਾਂ ਨੂੰ ਨਹੀਂ ਪਤਾ ਵੀ ਇਹ ਜੜ ਭਰਤ ਹੈ। ਤੇ ਉਹਨੂੰ ਉਹਨਾਂ ਨੇ ਪਾਲਕੀ ਦੇ ਵਿੱਚ ਲਾ ਲਿਆ ਵੀ ਪਾਲਕੀ ਚੁੱਕ। ਚਲੋ ਸਾਖੀ ਤੇ ਬੜੀ ਲੰਮੀ ਹੈ। ਤਾਂ ਉਹ ਆਪਣੀ ਮੌਜ ਦੇ ਵਿੱਚ ਜੜ ਭਰਤ ਜੀ ਹੌਲੀ ਹੌਲੀ ਚੱਲਣ। ਰਾਜੇ ਨੇ ਹੋਰ ਵੀ ਬੜਾ ਸੰਵਾਦ ਹੋਇਆ। ਚਲੋ ਮੁੱਕਦੀ ਗੱਲ ਇੱਥੇ ਵੀ ਰਾਜੇ ਨੇ ਆਖਿਆ ਮਹਾਰਾਜ ਵੀ ਤੁਸੀਂ ਥੱਕ ਗਏ ਹੋਗੇ ਵੀ ਪਾਲਕੀ ਚੁੱਕਣੀ ਫਿਰ। ਤਾਂ ਉਹ ਕਹਿਣ ਲੱਗੇ ਜੀ ਵੀ ਜੜ ਭਰਤ ਕਹਿਣ ਲੱਗਾ ਵੀ ਥੱਕਣਾ ਕਿੰਨੇ ਹੈ। ਕਹਿੰਦੇ ਜੀ ਤੁਸੀਂ ਪਾਲਕੀ ਚੁੱਕੀ। ਕਹਿੰਦੇ ਮੈਂ ਕਦੋਂ ਚੁੱਕੀ ਆ, ਮੈਂ ਤੇ ਕੁਝ ਵੀ ਨਹੀਂ ਚੁੱਕਦਾ। ਪਾਲਕੀ ਮੇਰੇ ਮੋਢੇ ਤੇ ਆ, ਮੋਢੇ ਦਾ ਭਾਰ ਗੋਡਿਆਂ ਤੇ ਆ, ਗੋਡਿਆਂ ਦਾ ਭਾਰ ਪੈਰਾਂ ਤੇ ਆ, ਪੈਰਾਂ ਦਾ ਭਾਰ ਧਰਤੀ ਤੇ ਆ, ਧਰਤੀ ਦਾ ਭਾਰ ਵਾਹਿਗੁਰੂ ਦੇ ਹੁਕਮ ਤੇ ਆ। ਤੇ ਕਿੰਨੇ ਚੁੱਕਣੀ ਤੇ ਕਿੰਨੇ ਥੱਕਣਾ। ਉਹਦੀਆਂ ਅੱਖਾਂ ਖੁੱਲ ਗਈਆਂ ਵੀ ਇਹ ਤਾਂ ਉਹ ਜਿਹੜਾ ਮਹਾਤਮਾ ਮੈਂ ਲੱਭਦਾ ਫਿਰਦਾ ਇਹ ਤਾਂ ਉਹ ਆ। ਜੜ ਭਰਤ ਜੀ ਨੇ ਪਤਾ ਲੱਗਾ ਉਹਨੂੰ। ਤਾਂ ਉਹ ਬੜਾ ਸੋਹਣਾ ਲਿਖਦੇ ਆ ਵੀ ਜਦੋਂ ਅਸੀਂ ਗਾਂ ਤੋਂ ਗਾਂ ਲੱਭਾਂਗੇ ਵੀ ਇਹ ਸੰਸਾਰ 5 ਤੱਤਾਂ ਤੋਂ ਬਣਿਆ ਤੇ 5 ਤੱਤ ਕਿੰਨੇ ਬਣਾਏ, ਮਾਇਆ ਤੋਂ। ਮਾਇਆ 'ਚ ਸ਼ਕਤੀ ਕਿੱਥੋਂ ਆਈ, ਵਾਹਿਗੁਰੂ ਤੋਂ। ਤਾਂ ਅਖੀਰ ਸਭ ਦਾ ਬੀਜ ਰੂਪ ਜਿਹੜਾ ਉਹ ਵਾਹਿਗੁਰੂ ਸਿੱਧ ਹੋ। ਉਹਨੂੰ ਕੀ ਕਹਿੰਦੇ, ਆਦ ਰੂਪ, ਮੁੱਢ ਰੂਪ। ਸਾਰੇ ਸੰਸਾਰ ਦਾ ਬੀਜ ਕੀ ਹੈ, ਜਿੱਥੋਂ ਸੰਸਾਰ ਪੈਦਾ ਹੋਇਆ, ਜੋ ਵੀ ਦਿਖਦਾ ਪਸਾਰਾ ਹੈ, ਉਹ ਆਦ ਰੂਪ ਵਾਹਿਗੁਰੂ ਪਰਮੇਸ਼ਰ। ਅਨਾਦ ਮੂਰਤ, ਉਹਦਾ ਸਰੂਪ ਕਿੱਦਾਂ ਦਾ, ਮੂਰਤੀ ਕਹਿੰਦੇ ਸਰੂਪ ਨੂੰ। ਉਹ ਕਿੱਦਾਂ ਦੀ ਹਸਤੀ ਹੈ, ਅਨ ਆਦ, ਜਿਹਦੀ ਆਰੰਭਤਾ ਨਹੀਂ ਜਾਣੀ ਜਾ ਸਕਦੀ। ਇਹ ਨਹੀਂ ਪਤਾ ਲੱਗ ਸਕਦਾ ਵੀ ਪ੍ਰਮਾਤਮਾ ਕਦੋਂ ਤੋਂ ਹੈ। ਇਹ ਵੱਖਰੀ ਗੱਲ ਹੈ ਵੀ ਸੰਸਾਰ ਦਾ ਮੁੱਢ ਉਹ ਹੈ, ਪਰ ਉਹਦਾ ਮੁੱਢ ਨਹੀਂ ਕੋਈ ਜਾਣ ਸਕਦਾ। ਪਿਤਾ ਕਾ ਜਨਮ ਕਹਿ ਜਾਣੇ ਪੂਤ, ਜਿਵੇਂ ਪਿਤਾ ਦੇ ਜਨਮ ਨੂੰ ਪੁੱਤ ਕੀ ਜਾਣ ਸਕਦਾ। ਤਾਂ ਅਨਾਦਿ ਉਹ ਉਤਪੱਤੀ ਰਹਿਤ ਹੈ। ਵੈਸੇ ਮਾਇਆ ਨੂੰ ਵੀ ਅਨਾਦਿ ਮੰਨਿਆ, ਉਤਪੱਤੀ ਰਹਿਤ ਮੰਨਿਆ। ਮਾਇਆ ਦੀ ਉਤਪੱਤੀ ਵੀ ਨਹੀਂ ਪਤਾ ਲੱਗਦੀ ਵੀ ਕਦੋਂ ਤੋਂ ਆ। ਅੱਜ ਜਿਵੇਂ ਸਵਾਲ ਕਰਦੇ ਹੁੰਦੇ ਨਾ ਵੀ ਆਂਡਾ ਪਹਿਲਾਂ ਕਿ ਕੁਕੜੀ, ਉਹ ਕਹਿੰਦੇ ਇਹ ਸਵਾਲ ਹੀ ਨਹੀਂ ਬਣਦਾ ਤੁਹਾਡਾ। ਜਿਵੇਂ ਕਿਸੇ ਦੇ ਕੱਪੜੇ ਨੂੰ ਦਾਗ ਲੱਗ ਜੇ ਤੇਲ ਦਾ, ਉਹ ਇਹ ਥੋੜੀ ਸੋਚਦਾ ਵੀ ਇਹ ਕਿਉਂ ਲੱਗਾ, ਕਿਵੇਂ ਲੱਗਾ, ਕਦੋਂ ਤੋਂ ਲੱਗਾ। ਉਹਦਾ ਕੰਮ ਆ ਉਹਨੂੰ ਲਾਉਣਾ ਧੋ ਕੇ। ਇਹ ਨਾ ਸੋਚੋ ਵੀ ਦੁਨੀਆ ਕਦੋਂ ਤੋਂ ਬਣੀ ਹੈ। ਸਿਰਫ ਇਹ ਸੋਚੋ ਵੀ ਇਸ ਸੰਸਾਰ ਤੋਂ ਮੁਕਤ ਕਿੱਦਾਂ ਹੋਣਾ। ਤਾਂ ਇਹ ਮਹਾਰਾਜ ਜੀ ਵੀ ਲਿਖਦੇ ਆ ਵੀ ਇਹ ਤਾਂ ਵਾਹਿਗੁਰੂ ਜਾਣਦਾ ਹੈ। ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੂੰ ਵੀ ਇਸ ਗੱਲ ਦਾ ਨਹੀਂ ਪਤਾ। ਵਕਤ ਨਾ ਪਾਇਓ ਕਾਦੀਆ, ਕਾਜੀਆਂ ਨੂੰ ਵੀ ਨਹੀਂ ਪਤਾ ਵਕਤ ਕਿਹੜੇ ਵਕਤ ਤੋਂ ਸੰਸਾਰ ਬਣਿਆ। ਇਹ ਤਾਂ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਤਾਂ ਸ੍ਰਿਸ਼ਟੀ ਵੀ ਮਾਇਆ ਵੀ ਅਨਾਦਿ ਆ।
ਇਹ ਵੀ ਨਹੀਂ ਪਤਾ ਵੀ ਕਦੋਂ ਤੋਂ ਇਹ ਸੰਸਾਰ ਤੁਰਿਆ ਆਉਂਦਾ। ਬਸ ਫਰਕ ਇੰਨਾ ਵਾਹਿਗੁਰੂ ਦਾ ਤੇ ਮਾਇਆ ਦਾ ਫਰਕ ਇੰਨਾ ਵਾ ਵੀ ਜਦੋਂ ਬ੍ਰਹਮ ਗਿਆਨ ਹੁੰਦਾ ਵਾ ਮਾਇਆ ਸ਼ਾਂਤ ਹੋ ਜਾਂਦੀ ਹੈ। ਇਸ ਕਰਕੇ ਮਾਇਆ ਅਨਾਦੀ ਤੇ ਹੈ ਪਰ ਅੰਤ ਵਾਲੀ ਹੈ। ਬ੍ਰਹਮ ਗਿਆਨ ਤੋਂ ਬਾਅਦ ਇਹ ਖਤਮ ਹੋ ਜਾਂਦੀ ਹੈ। ਵਾਹਿਗੁਰੂ ਜੀ ਦਾ ਫਰਕ ਇਹ ਆ ਵੀ ਇਹ ਅਨਾਦੀ ਵੀ ਆ ਤੇ ਅੰਤ ਤੋਂ ਵੀ ਰਹਿਤ ਹੈ। ਆਦ ਸੱਚ ਹੈ, ਜੁਗਾਦ ਸੱਚ ਹੈ ਭੀ ਸੱਚ ਹੈ, ਨਾਨਕ ਹੋਸੀ ਭੀ ਸੱਚ। ਤਾਂ ਕਈ ਕਹਿ ਦਿੰਦੇ ਆ ਨਾ ਜੀ ਇਹ ਕੁਦਰਤ ਵੀ ਅਨਾਦੀ ਹੈ, ਵਾਹਿਗੁਰੂ ਵੀ ਅਨਾਦੀ, ਕਾਦਰ ਵੀ ਅਨਾਦੀ ਹੈ। ਫਰਕ ਕੀ, ਜਦੋਂ ਬ੍ਰਹਮ ਗਿਆਨ ਹੋ ਜਾਂਦਾ ਉਦੋਂ ਕੁਦਰਤ ਤੋਂ ਮਾਇਆ ਤੋਂ ਖਹਿੜਾ ਛੁੱਟ ਜਾਂਦਾ ਹੈ, ਮਾਇਆ ਦੀ ਪਕੜ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਮਾਇਆ ਅੰਤ ਵਾਲੀ ਹੈ, ਸ਼ਾਂਤ ਹੋ ਜਾਂਦੀ ਹੈ। ਤਾਂ ਵਾਹਿਗੁਰੂ ਦਾ ਮੂਰਤੀ ਸਰੂਪ ਕਿੱਦਾਂ ਦਾ ਹੈ? ਉਤਪੱਤੀ ਜਨਮ ਤੋਂ ਰਹਿਤ, ਅਜੂਨ ਪੁਰਖ ਅਪਾਰ, ਅਜੂਨ ਜੂਨੀਆਂ ਤੋਂ ਰਹਿਤ, ਪੁਰਖ ਹਰ ਜਗ੍ਹਾ ਪਰਿਪੂਰਨ, ਹਰ ਥਾਂ ਤੇ ਬੈਠਾ, ਤੇ ਅਪਾਰ ਕਹਿੰਦੇ ਬੇਅੰਤ ਨੂੰ। ਧਾਰਮਿਕ ਗ੍ਰੰਥਾਂ ਨੇ ਪਰਮਾਤਮਾ ਨੂੰ ਇੱਕ ਬਹੁਤ ਸੋਹਣਾ ਨਾਂ ਦਿੱਤਾ ਜਿਹੜਾ ਸਭ ਤੋਂ ਜ਼ਿਆਦਾ ਚੱਲਦਾ, ਉਹ ਕੀ? ਬ੍ਰਹਮ। ਪਰਮਾਤਮਾ ਦਾ ਨਾਮ ਜਿੱਥੇ ਖੁਦਾ ਵਾ, ਅੱਲਾ ਵਾ, ਈਸ਼ਵਰ ਆ, ਹਰੀ ਆ, ਕ੍ਰਿਸ਼ਨ ਆ, ਰਾਮ ਆ, ਉੱਥੇ ਪਰਮਾਤਮਾ ਦਾ ਇੱਕ ਨਾਮ ਇਹ ਵੀ ਹੈ ਬ੍ਰਹਮ, ਜਿਹਦਾ ਅਰਥ ਹੈ ਵਿਸਥਾਰ ਵਾਲਾ। ਹਰ ਥਾਂ ਤੇ ਆ, ਜਿਹੜਾ ਫੈਲਿਆ ਹੋਇਆ ਵਾ ਹਰ ਜਗ੍ਹਾ ਤੇ, ਜਿਹਨੂੰ ਬੇਅੰਤ ਕਹਿ ਦਿੰਦੇ ਨੇ। ਤਾਂ ਐਸਾ ਵਾਹਿਗੁਰੂ ਪਰਮੇਸ਼ਰ ਹੈ। ਸਰਬ ਮਾਨ ਤ੍ਰਿਮਾਨ ਦੇਵ, ਅਭੇਵ ਆਦਿ ਉਧਾਰ। ਸਰਬ ਮਾਨ, ਉਹਨੂੰ ਸਾਰੇ ਹੀ ਮਾਨ ਮੰਨਦੇ ਨੇ, ਪੂਜਦੇ ਨੇ। ਸਭ ਨੂੰ ਉਹ ਮੰਨਣਾ ਪੈਂਦਾ ਹੈ, ਸਭ ਨੂੰ ਉਹ ਪੂਜਣਾ ਪੈਂਦਾ ਹੈ। ਵੈਸੇ ਤੇ ਸਿੱਖ ਸ਼ਬਦ ਦਾ ਅਰਥ ਜਿਹੜਾ ਆਪਾਂ ਕਰਦੇ ਆ ਨਾ, ਉਹ ਧਾਰਮਿਕ ਗ੍ਰੰਥ ਨਹੀਂ ਕਰਦੇ। ਅਸੀਂ ਸਿੱਖ ਸ਼ਬਦ ਦਾ ਅਰਥ ਕਰਦੇ ਆ ਸਿੱਖਣ ਵਾਲਾ, ਪਰ ਸਿੱਖ ਸ਼ਬਦ ਦਾ ਅਰਥ ਕੀ ਹੁੰਦਾ? ਸ਼ਿਸ਼ਯਸਤੇ ਅਹਮ ਸ਼ਾਦੀ ਮਾਮ ਤਮਾਮ ਪ੍ਰਪੰਨਮ। ਸਿੱਖ ਸ਼ਬਦ ਦਾ ਇਹ ਅਰਥ ਨਹੀਂ ਹੁੰਦਾ ਵੀ ਮੈਂ ਸਿੱਖਣ ਵਾਲਾ, ਇਹ ਤਾਂ ਆਪਾਂ ਕਰ ਲੈਂਦੇ ਹਾਂ। ਸਿੱਖ ਸ਼ਬਦ ਦਾ ਅਰਥ ਹੁੰਦਾ ਜਿਹੜਾ ਗੁਰੂ ਨੂੰ ਹੱਥ ਜੋੜ ਕੇ ਕਵੇ ਹੁਕਮ ਕਰੋ, ਮੈਂ ਮੰਨਣ ਨੂੰ ਤਿਆਰ ਹਾਂ। ਹੁਣ ਕਿੰਨਾ ਫਰਕ ਪੈ ਗਿਆ ਦੋਵਾਂ ਅਰਥਾਂ 'ਚ, ਸਿੱਖਣ ਵਾਲਾ ਤੇ ਮੰਨਣ ਵਾਲਾ। ਕਈ ਵਾਰੀ ਫਿਰ ਸਿਆਪਾ ਕੀ ਪੈਂਦਾ ਵੀ ਜਿਹੜਾ ਸਿੱਖਣ ਵਾਲਾ ਉਹਨੂੰ ਵਹਿਮ ਹੋ ਜਾਂਦਾ ਮੈਂ ਜ਼ਿਆਦਾ ਹੀ ਨਹੀਂ ਸਿੱਖ ਗਿਆ, ਤੇ ਜਦੋਂ ਫਿਰ ਇਹ ਵਹਿਮ ਪਾਲ ਲੈਂਦੇ ਆ ਨਾ ਵੀ ਮੈਂ ਹੀ ਸਭ ਤੋਂ ਸਿਆਣਾ ਵਾਂ, ਫਿਰ ਉਹ ਕਈ ਵਾਰੀ ਫਿਰ ਮਨ 'ਚ ਸ਼ੰਕਾ ਆ ਜਾਂਦੀ ਵੀ ਇਹ ਸ਼ੰਕਾ ਕਰਨ ਲੱਗ ਪੈਂਦੇ ਵੀ ਗੁਰਬਾਣੀ ਕਾਹਨੂੰ ਪੜ੍ਹਨੀ ਆ, ਕਾਹਦੇ ਵਾਸਤੇ ਪੜ੍ਹਨੀ, ਸਿਮਰਨ ਕਿਉਂ ਕਰਨਾ, ਕਾਹਦੇ ਵਾਸਤੇ ਕਰਨਾ। ਤਾਂ ਇੱਕ ਵਹਿਮ ਪੈਦਾ ਹੋ ਜਾਂਦਾ, ਇੱਕ ਹੰਕਾਰ ਪੈਦਾ ਹੋ ਜਾਂਦਾ। ਦੋ ਸ਼ਬਦ ਆ ਨਾ, ਪ੍ਰਪੰਨਮ ਤੇ ਸਮਰਪਣ। ਫਰਕ ਦੋਵਾਂ ਦਾ ਬਹੁਤਾ ਨਹੀਂ ਹੈ ਵੈਸੇ। ਪ੍ਰਪੰਨਮ ਦਾ ਅਰਥ ਵੀ ਸ਼ਰਨ ਲੈਣੀ ਹੈ ਤੇ ਸਮਰਪਣ ਦਾ ਵੀ ਥੋੜਾ ਜਿਹਾ ਫਰਕ ਹੈ। ਪ੍ਰਪੰਨਮ ਮੈਨੇ ਜਿਵੇਂ ਪਿਓ ਦੀ ਉਂਗਲ ਮੈਂ ਫੜੀ, ਤੇ ਸਮਰਪਣ ਮੈਨੇ ਪਿਓ ਮੇਰਾ ਹੱਥ ਫੜੇ, ਇੰਨਾ ਕੁ ਫਰਕ। ਹੁਣ ਪਹਿਲੇ ਅਰਥ ਦੇ ਵਿੱਚ ਹਉਮੈ ਰਹਿੰਦੀ ਹੈ, ਮੈਂ ਸਿੱਖਦਾ। ਸਿੱਖ ਸ਼ਬਦ ਦਾ ਜੇ ਆਪਾਂ ਪਹਿਲਾ ਅਰਥ ਕਰੀਏ ਸਿੱਖਣ ਵਾਲਾ, ਤਾਂ ਇਹ 'ਚ ਮੈਂ ਸਿੱਖਦਾ। ਜਿਵੇਂ ਦੁਨੀਆ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਮਹਾਰਾਜ ਕੀ ਕਹਿੰਦੇ ਵੀ ਦੁਨੀਆ ਜਿਹੜੀ ਹੈ ਇਹ ਮੇਲਾ ਹੈ, ਤੇ ਮੇਲਿਆਂ 'ਚ ਕੀ ਹੁੰਦਾ ਵਾ? ਧੂੜ, ਧੁੱਪ ਤੇ ਧੱਕੇ, ਤਿੰਨ ਧੱਦੇ ਚੱਲਦੇ ਨਾ ਮੇਲਿਆਂ 'ਚ। ਹੁਣ ਤੇ ਚਲੋ ਟਾਈਮ ਬਦਲ ਗਿਆ। ਤਾਂ ਮੇਲੇ ਵਿੱਚ ਧੱਕੇ ਪੈਂਦੇ ਨੇ ਤੇ ਬੱਚਾ ਆਪਣੇ ਪਿਓ ਦੀ ਉਂਗਲ ਫੜੀ ਉਹਨੇ। ਹੁਣ ਬੱਚਾ ਤੇ ਕਮਜ਼ੋਰ ਹੈ, ਮੇਲਾ ਵੇਖਣ ਦਾ ਸਵਾਦ ਉਹਨਾਂ ਚਿਰ ਆ ਜਿੰਨਾ ਚਿਰ ਪਿਓ ਦੀ ਉਂਗਲ ਫੜੀ।
ਪਰ ਮੇਲਿਆਂ ਦੇ ਧੱਕੇ ਜਿਹੜੇ ਆ ਉਂਗਲ ਛਡਾ ਦੇਣਗੇ। ਇਹਦੇ ਨਾਲੋਂ ਇਦਾਂ ਨਹੀਂ ਹੋ ਸਕਦਾ ਵੀ ਬਾਪੂ ਅੱਗੇ ਤਰਲਾ ਲਿਆ ਜਾਵੇ ਵੀ ਤੂੰ ਹੱਥ ਫੜ ਤੇ ਤੂੰ ਕੁੱਛੜ ਚੁੱਕ ਲਾ, ਜਾਂ ਤੂੰ ਤੇ ਤਗੜਾ, ਤੂੰ ਤੇ ਨਹੀਂ ਨਾ ਹੱਥ ਛੱਡੇਗਾ, ਮੇਰੇ ਤੋਂ ਤੇ ਛੁੱਟ ਜਾਣਾ, ਮੈਂ ਤਾਂ ਬੱਚਾ। ਤਾਂ ਸਮਰਪਣ ਦੇ ਵੀ ਦੋ ਅਰਥ ਹੁੰਦੇ ਆ, ਪ੍ਰਪੰਨਮ ਤੇ ਸਮਰਪਣ ਵੀ। ਪ੍ਰਪੰਨਮ ਮੈਨੇ ਮੈਂ ਹੱਥ ਫੜਿਆ, ਸਮਰਪਣ ਮੈਨੇ ਪਿਓ ਨੇ ਮੇਰਾ ਫੜਿਆ, ਪਿਓ ਬਲੀ ਆ। ਭਾਵ ਵੀ ਮੈਂ ਪਾਠ ਕਰਦਾ ਤਾਂ ਮੈਂ ਛੱਡ ਵੀ ਸਕਦਾ ਫਿਰ, ਪਰ ਜੇ ਸੱਚੇ ਪਾਤਸ਼ਾਹ ਤੁਸੀਂ ਪਾਠ ਕਰਾਓਗੇ ਫਿਰ ਕਰ ਸਕਦਾ। ਤੁਸੀਂ ਕਿਰਪਾ ਕਰਕੇ ਸੇਵਾ ਕਰਾਓਗੇ ਤੇ ਹੋ ਸਕਦੀ। ਤਾਂ ਦੁਨੀਆ ਕੀ ਆ, ਮੇਲਾ ਤੇ ਵੇਖਣ ਦਾ ਸਵਾਦ ਉਨਾ ਚਿਰ ਹੀ ਆ ਜਿੰਨਾ ਚਿਰ ਪਿਓ ਦਾ ਹੱਥ ਫੜਿਆ, ਨਹੀਂ ਤੇ ਫਿਰ ਇਹੀ ਦੁਨੀਆ ਦੁਖਦਾਈ ਬਣ ਜਾਂਦੀ। ਇਸੇ ਕਰਕੇ ਜਿੰਨਾ ਚਿਰ ਤੇ ਪਿਓ ਦਾ ਹੱਥ ਫੜਿਆ ਉਹਨਾਂ ਚਿਰ ਇਹ ਸੰਸਾਰ ਸੁਖਮਈ ਆ, ਆਨੰਦਮਈ ਆ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਜਦੋਂ ਹੱਥ ਛੁੱਟ ਗਿਆ ਤੇ ਨਿਆਣਾ ਫਿਰ ਰੋਂਦਾ ਮੇਲੇ 'ਚ, ਉਹ ਜਿਹੜਾ ਸਵਾਦ ਆਉਂਦਾ ਸੀ ਮੇਲੇ ਦਾ ਉਹ ਖਤਮ ਹੋ ਗਿਆ। ਤੇ ਹੁਣ ਦੁਨੀਆ ਕੀ ਹੋ ਗਈ ਆ, ਨਾਨਕ ਦੁਖੀਆ ਸਭ ਸੰਸਾਰ। ਹੁਣ ਸੰਸਾਰ ਕੀ ਹੋ ਗਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੁਛ ਚੰਗਾ ਨਹੀਂ ਲੱਗਦਾ। ਤਾਂ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਮਹਾਰਾਜ ਉਹ ਬੜਾ ਸੋਹਣਾ ਲਿਖਦੇ ਨੇ। ਉਹ ਲਿਖਦੇ ਨੇ, ਖੁਸ਼ ਬਵਦ ਉਮਰ ਕੇ ਦਰ ਯਾਦ ਬੇਗੁਜ਼ਰਤ। ਉਹੀ ਉਮਰ ਚੰਗੀ ਆ ਜਿਹੜੀ ਤੇਰੀ ਯਾਦ ਵਿੱਚ ਗੁਜ਼ਰਦੀ ਹੈ, ਤੇਰੇ ਹੱਥ ਫੜ ਕੇ, ਤੇਰੀ ਉਂਗਲ ਫੜ ਕੇ ਦੁਨੀਆ ਦੇ ਮੇਲੇ 'ਚ ਗੁਜ਼ਰਦੀ। ਵਰਨਾ 'ਚ ਹਾਸਲ ਅਜੀ ਗੁੰਮਦੇ ਕਬੂਤ ਮੁਰਾ, ਵਰਨਾ 'ਚ ਹਾਸਲ ਅਜੀ ਗੁੰਮਦੇ ਕਬੂਤ ਮਰਾ। ਜੇ ਤੇਰੀ ਬੰਦਗੀ ਰੂਪੀ ਉਂਗਲ ਛੁੱਟ ਗਈ ਨਾ, ਫਿਰ ਮੈਂ ਨੀਲੇ ਅਸਮਾਨ ਤੋਂ ਕੀ ਲੈਣਾ, ਫਿਰ ਮੈਂ ਇਸ ਗੁੰਮਜ ਤੋਂ ਕੀ ਲੈਣਾ, ਇਸ ਨੀਲੇ ਅਸਮਾਨ ਚਾਣ ਕੇ ਕੀ ਕਰਨਾ, ਦੁਨੀਆ ਚਾਣ ਕੇ ਕੀ ਕਰਨਾ। ਤਾਂ ਮਹਾਰਾਜ ਜੀ ਫਰਮਾਉਂਦੇ ਵੀ ਆ ਵੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਖਿਨਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਤਾਂ ਸਿੱਖ ਸ਼ਬਦ ਦਾ ਅਰਥ ਕੀ ਹੁੰਦਾ ਹੈ, ਸ਼ਿਸ਼ਯਸਤੇ ਅਹਮ ਮਾਮ ਸ਼ਾਦੀ ਪ੍ਰਪੰਨਮ, ਕਿ ਮੈਂ ਆਪ ਜੀ ਦਾ ਹੁਕਮ ਮੰਨਣ ਨੂੰ ਤਿਆਰ ਹਾਂ, ਹੁਕਮ ਕਰੋ। ਜਿਹੜਾ ਚੱਲਣ ਨੂੰ ਤਿਆਰ ਹੋ ਜੇ ਹੁਕਮ ਤੇ, ਉਹਨੂੰ ਸਿੱਖ ਕਿਹਾ ਜਾਂਦਾ ਹੈ। ਤਾਂ ਮਹਾਰਾਜ ਜੀ ਕਲਗੀਧਰ ਜੀ ਕਹਿੰਦੇ ਆ ਵੀ ਸਰਬਮਾਨ, ਸਾਰੇ ਹੀ ਜੀਵ ਉਸ ਵਾਹਿਗੁਰੂ ਨੂੰ ਮੰਨਦੇ ਆ। ਤਿਰਮਾਨ ਦੇਵ ਤੇ ਹੋਰ ਜਿਹੜੇ ਤਿੰਨ ਦੇਵਤੇ ਆ ਪ੍ਰਮੁੱਖ, ਤ੍ਰੀ ਤਿੰਨ, ਉਹ ਦੇਵ ਜਿਹੜੇ ਆ ਕਿਹੜੇ ਆ, ਬ੍ਰਹਮਾ ਜੀ, ਵਿਸ਼ਨੂੰ ਜੀ, ਭਗਵਾਨ ਸ਼ਿਵ ਜੀ। ਇਹ ਵੀ ਉਸ ਬ੍ਰਹਮ ਨੂੰ, ਵਾਹਿਗੁਰੂ ਜੀ ਨੂੰ ਮੰਨਦੇ ਆ। ਹੋਰ ਤੇ ਗੱਲ ਛੱਡ। ਵੈਸੇ ਤੇ ਸਾਡੇ ਇਤਿਹਾਸ ਅੰਦਰ ਹੋਰ ਵੀ ਬੜੇ ਸੁੰਦਰ ਬਚਨ ਆਉਂਦੇ ਆ। ਜਦੋਂ ਕਲਗੀਧਰ ਮਹਾਰਾਜ ਸਿੱਖਾਂ ਦਾ ਯੁੱਧ ਹੋਇਆ ਤਾਂ ਪਹਿਲਾਂ ਸਿੱਖਾਂ ਦੀ ਜਿੱਤ ਹੋ ਗਈ। ਜਿਹੜੀ ਮੁਗਲ ਫੌਜ ਸੀ, ਤੁਰਕ ਫੌਜ ਸੀ, ਉਹ ਅੱਗੇ ਲੱਗ ਕੇ ਭੱਜ ਪਈ। ਪਰ ਬਾਅਦ ਦੇ ਵਿੱਚ ਵਾਹਿਗੁਰੂ ਜੀ ਦੀ ਕੋਈ ਐਸੀ ਰਜ਼ਾ ਰਮਜ਼ ਕਹਿ ਲਓ, ਕੋਈ ਭਾਣਾ ਕਹਿ ਲਓ, ਹੁਕਮ ਕਹਿ ਲਓ, ਸਿੱਖਾਂ ਦੇ ਪੈਰ ਉਖੜ ਗਏ। ਹੁਣ ਕਿੱਥੇ 1.25 ਲੱਖ ਫੌਜ, ਕਿਤੇ 500 ਬੰਦਾ। ਇਹੋ ਜਿਹੇ ਉਖੜੇ ਫਿਰ ਲੱਗੇ ਨਹੀਂ। ਫਿਰ ਸਿੱਖ ਬੜੇ ਨਿਰਾਸ਼, ਉਦਾਸ, ਨਿੰਮੋ ਝੋਣੇ ਹੋਏ ਤੇ ਕਲਗੀਧਰ ਜੀ ਨੂੰ ਬੇਨਤੀ ਕਰਦੇ ਆ ਵੀ ਮਹਾਰਾਜ ਵੀ ਪਹਿਲਾਂ ਸਾਡੀ ਜਿੱਤ ਕਰਾਤੀ,
फिर साडे पैर उखड़ गए भी खालसा बड़ा उदास है, सिख आप जी दे बहुत उदास है। तां कलगीधर जी ने की आख्या भी मेरे सिखो, इत्थे सब कुछ हुक्म च है। महाराज जी ने एक शब्द पढ़िया भी सब वाहिगुरू दे भाणे च, जित भी उहदे हुक्म च है ते हार भी उहदे हुक्म च। सतगुरु जी ने आसा की वार दा पवित्र शब्द पढ़िया, भै विच पवन वहै सदवाओ, भै विच चलै लख दरियाओ, भै विच अगन कढे विगार, भै विच धरती दबी भार, भै विच इंद फिरै सिर भार, भै विच राजा धर्म द्वार, भै विच सूरज, भै विच चंद कोह करोड़ी चलत अनंत। सब उहदे हुक्म च है। ते बड़े सुंदर बचन साडे इतिहास ने लिखे ने, सिखो सुनो सुछंद ना हम हैं, जिम अलंब सब तुम हो, तिम हम बस पार ब्रह्म चलंते, ईश्वर की आयस बरतंते। जिवें तुसी सारे मेरे हुक्म च चलदे हो, मैं वाहिगुरू दे हुक्म चलदा। इस करके सानू भी वाहिगुरू जी दा हुक्म मनना पैंदा है, उहदे भाणे च चलना पैंदा है। चलो वखरी गल है कि परमात्मा दे प्यारे प्रेम दे नाल उतों जो चाहण करा लैंदे हन। तां सिखां ने बेनती कीती, फिर दोबारा जिहड़ी फौज दिल्ली नूं मुड़ी जांदी सी, रस्ते विच सिखां हमला करके फिर अपनी उदासी दूर कीती, अपने चाह पूरे कीते। तां कहण तो भाव कलगीधर जी कहंदे मैं भी रब दे हुक्म च हां, परमेश्वर दे हुक्म च। तां महाराज जी की कहंदे, सर्ब मान त्रिमान देव, जिन्नू सारे ही मनदे आ पूजदे आ, मनना पैंदा है। जिन्नू तीन विशेष देव भी जिन्नू मनदे आ, वो कौन है? वाहिगुरू परमेश्वर। किस तरह दे ने? अभेव आद उदार। वो जिहड़ा आदि परमेश्वर है, वाहिगुरू है, वो बहुत ज्यादा उदार है। उदार का अर्थ कहते ने खुले सुभाव वाला, वड्डे दिल वाला, रहम करने वाला, किरपा का घर है। बड़ा वड्डा दिल है उहदा, ते आद तो ही वो अभेव गंभीर सुभाव वाला है, उहदा कोई भेद नहीं जान सकता। आद शुरू तो ही, जां जिहड़ा आद है सब दा मुੱਢ रूप परमेश्वर है, वो किदां दा वा? उहनूं सर्बमान सारे मनदे ने, त्रिमान देव, जां सारियां नूं माण देण वाला है। तिन्नां देवतियां नूं भी माण उहने ही दित्ता है, सत्कार उहने ही दित्ता है, उहदे करके ही उहनां दी पूजा हुंदी है। वाहिगुरू जी दी बंदगी करन करके सच्चे मार्ग चलदियां उस्तत करे जहान संसार, उन्हां दी पूजा करदा है, सत्कार करदा है। तां ऐसा उदार आत्मा वाहिगुरू परमेश्वर है, जिहड़ा सब दा आद रूप है, ते जिहदा कोई भेद नहीं पा सकदा, भेद तो रहत है। ਸਰਬ ਪਾਲਕ ਸਰਬ ਘਾਲਕ, ਸਰਬ ਕੋ ਪੁਨ ਕਾਲ। ਉਹ ਵਾਹਿਗੁਰੂ ਪਰਮੇਸ਼ਰ ਉੱਤੇ ਸਿੱਖ ਕਿਦਾਂ ਦਾ ਭਰੋਸਾ ਰੱਖਦੇ ਨੇ ਕਿ ਉਹੀ ਸਾਰਿਆਂ ਨੂੰ ਪਾਲਕ ਪਾਲਣ ਵਾਲਾ, ਸਭ ਦੀ ਪਾਲਣਾ ਉਹਨੇ ਹੀ ਕਰਨੀ ਹੈ। ਸਰਬ ਘਾਲਕ, ਘਾਲਕ ਕਹਿੰਦੇ ਪੈਦਾ ਕਰਨ ਵਾਲੇ, ਘਾਲਣਾ जिन्हें इस शरीर च जीव आत्मा पाई आ, घाली आ, पैदा करने वाला। ते अखीर सर्ब को पुन काल, फिर अखीर पुन, फिर काल भी ओही है। पैदा करने वाला भी ओही है, पालन वाला भी ओही है,
ਤੇ ਲੈ ਕੇ ਜਾਣ ਵਾਲਾ ਵੀ ਉਹੀ ਹੈ। ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ, ਜਾਂ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਬਦਾ ਭਈ ਬਤੀਤ। ਇਹ ਭਰੋਸਾ ਕਿਹਦਾ ਵਾ? ਗੁਰੂ ਕੇ ਸਿੱਖ ਦਾ, ਵੀ ਸਭ ਨੂੰ ਪਾਲਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਗੱਲ ਤੇ ਭਰੋਸੇ ਤੇ ਚੱਲਦੀ ਹੈ। ਇੱਕ ਆਪਣਾ ਭਰਾ ਹੈ, ਆਪਣਾ ਸੱਜਣ ਹੈ, ਬੜੇ ਪ੍ਰੇਮ ਵਾਲਾ। ਆ ਪਿੱਛੇ ਜੇ ਉਹਦਾ ਫੋਨ ਆਇਆ, ਕਹਿੰਦਾ ਕੋਈ ਨਾ ਸਵਾਦ ਦਾ ਬੰਦਾ ਨਹੀਂ ਲੱਭਦਾ, ਕੋਈ ਇਮਾਨਦਾਰ ਬੰਦਾ ਨਹੀਂ ਲੱਭਦਾ। ਭਰੋਸੇ ਵਾਲਾ ਬੰਦਾ ਨਹੀਂ ਲੱਭਦਾ, ਯਕੀਨ ਵਾਲਾ ਬੰਦਾ ਨਹੀਂ ਲੱਭਦਾ। ਸਭ ਜ਼ਬਾਨਾਂ ਦੇ ਕੱਚੇ ਨੇ। ਤੇ ਗੁਰਬਾਣੀ ਕਹਿੰਦੀ ਹੈ ਜਿਹੜਾ ਅਰਦਾਸ ਕਰਕੇ ਜ਼ਬਾਨ ਕਰਕੇ ਫਿਰ ਜੇ ਉਹ ਕੱਚਾ ਬੰਦਾ, ਉਹ ਭਰੋਸੇਯੋਗ ਨਹੀਂ। ਤੇ ਜਿਹੜਾ ਆਪਣੇ ਬਚਨ ਤੇ ਰਵੇ ਉਹਨੂੰ ਗੁਰਬਾਣੀ ਕਹਿੰਦੀ ਤੇ ਸੂਰਬੀਰ ਹੈ, ਮਹਾਪੁਰਸ਼ ਹੈ। ਸੂਰਬੀਰ ਬਚਨ ਕੇ ਬਲੀ। ਤੇ ਦੂਸਰੇ ਬੰਨੇ ਸੋਈ ਨਰ ਕੱਚਾ, ਜਿਹੜਾ ਬਚਨ ਕਰਕੇ ਖਿਸਕੇ ਬਈ, ਅਰਦਾਸ ਕਰਕੇ ਖਿਸਕੇ। ਤਾਂ ਕੋਈ ਭਰੋਸੇ ਵਾਲਾ ਨਹੀਂ ਲੱਭਦਾ, ਕੋਈ ਯਕੀਨ ਵਾਲਾ ਨਹੀਂ ਲੱਭਦਾ। ਮੈਂ ਆਖਿਆ ਕੰਮ ਕੀ ਆ? PR ਲੈਣੀ ਆ ਤੇ ਪੈਸੇ ਭਰਨ ਨੂੰ ਤਿਆਰ ਆ। ਜਿਵੇਂ ਕੈਨੇਡਾ ਦੀ PR ਲੈਣੀ ਹੋਵੇ, ਅਮਰੀਕਾ ਦੀ PR ਲੈਣੀ ਹੋਵੇ, ਆਸਟ੍ਰੇਲੀਆ ਦੀ PR ਲੈਣੀ ਹੋਵੇ, ਵੀ ਆਸਟ੍ਰੇਲੀਆ ਦੀ PR ਲੈਣੀ ਆ ਤੇ ਪੈਸੇ ਭਰਨ ਨੂੰ ਤਿਆਰ ਆ। ਪਰ ਯਕੀਨ ਨਹੀਂ ਆਉਂਦਾ ਵੀ ਜਿਹਨੂੰ ਦਿੱਤੇ ਧੋਖਾ ਹੀ ਨਾ ਹੋ ਜੇ, ਛਾਲੀ ਨਾ ਹੋ ਜੇ, ਕਪਟੀ ਨਾ ਹੋ ਜੇ। ਤਾਂ ਮੈਂ ਦਾਸ ਨੇ ਬੇਨਤੀ ਕੀਤੀ ਵੀ ਬੰਦਾ ਤੇ ਇੱਕ ਹੈਗਾ, ਬੰਦਾ ਪੂਰਾ ਭਰੋਸੇ ਵਾਲਾ ਹੈ, 100% ਕੀ 120%, ਤੇ ਕੰਮ ਵੀ ਪੂਰਾ ਠੋਕ ਕੇ ਕਰਦਾ ਹੈ। ਤੇ ਜਿਹੜੀ ਮਰਜ਼ੀ PR ਲੈ ਲਾ, ਕੋਈ ਪੈਸੇ ਨਹੀਂ ਲੱਗਦੇ। ਬੜਾ ਇਮਾਨਦਾਰ ਬੰਦਾ ਹੈ, ਉਹਨੂੰ ਸਮਝ ਨਾ ਆਵੇ ਵੀ ਇਹ ਕਹਿੰਦਾ ਕੀ ਪਿਆ ਹੈ। ਤੇ ਹਾਰ ਕੇ ਮੈਨੂੰ ਪੁੱਛ ਹੀ ਲਿਆ, ਕਹਿੰਦਾ ਕਿਹੜਾ ਬੰਦਾ ਹੈ? ਮੈਂ ਧੰਨ ਗੁਰੂ ਰਾਮਦਾਸ। ਹੱਸ ਪਿਆ ਖਿੜਖੜਾ ਵੀ ਅੰਮ੍ਰਿਤਸਰ ਚ ਰਹਿੰਦੇ ਹੋ, ਗੁਰੂ ਰਾਮਦਾਸ ਸਾਹਿਬ ਤੋਂ ਵੱਡਾ ਬੰਦਾ ਕਿਹੜਾ ਆ ਗਿਆ? ਤਾਂ ਜੇ ਕਿਤੇ ਭਰੋਸਾ ਬਣ ਜੇ ਨਾ, ਹੁਣ ਵੇਖੋ ਕਿੰਨੇ ਪੈਸੇ ਫੂਕੀਦੇ ਆ, ਕਿੰਨਾ ਕੁਝ ਕਰਦੇ ਆ। ਅਰ ਇਹੀ ਭਰੋਸਾ ਕਿਤੇ ਰੱਬ ਤੇ ਲੈ ਆਈਏ ਵੀ ਵਾਹਿਗੁਰੂ ਹੀ ਸਰਬ ਪਾਲਕ, ਸਭ ਦੀ ਪਾਲਣਾ ਕਰਨ ਵਾਲਾ। ਗੱਲ ਤੇ ਮੁੱਕਦੀ ਭਰੋਸੇ ਤੇ। ਹੁਣ ਮਹਾਰਾਜ ਤੋਂ ਵੱਧ ਇਮਾਨਦਾਰ ਬੰਦਾ ਕਿੱਥੋਂ ਲੱਭੋਗੇ? ਪਰ ਅਸੀਂ ਉਹਨਾਂ ਦੇ ਯਕੀਨ ਕਰਦੇ ਆ ਜਿਹੜੇ 100 ਝੂਠ ਮਾਰਦੇ ਆ, ਤੇ ਰੱਬ ਤੇ ਸਾਨੂੰ ਯਕੀਨ ਨਹੀਂ। ਇਸੇ ਕਰਕੇ ਅਸੀਂ ਖਤਾ ਖਾਂਦੇ ਆ, ਧੋਖੇ 'ਚ ਰਹਿੰਦੇ ਆ, ਨੁਕਸਾਨ ਉਠਾਉਂਦੇ ਆ। ਕਲਗੀਧਰ ਜੀ ਦੇ ਜੀਵਨ ਦੇ ਵਿੱਚ ਬੜੇ ਸੁੰਦਰ ਪ੍ਰਸੰਗ ਆਉਂਦੇ ਆ। ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਨੂੰ ਭਰੋਸਾ ਹੈ, ਬੜਾ ਸੋਹਣਾ ਲਿਖਦੇ, ਜਿਸ ਕਲਗੀਧਰ ਨੇ, ਜਿਸ ਮੇਰੇ ਮਾਲਕ ਨੇ, ਵਾਹਿਗੁਰੂ ਨੇ, 10 ਪਾਤਸ਼ਾਹੀਆਂ ਨੇ ਮੈਨੂੰ ਇਸ ਦੁਨੀਆ 'ਚ ਸੁੱਖ ਦਿੱਤੇ ਆ, ਮੈਨੂੰ ਭਰੋਸਾ ਵਾ ਵੀ ਅੱਗੇ ਪਰਲੋਕ ਵਿੱਚ ਵੀ ਮੈਨੂੰ ਸੁੱਖ ਦੇਵੇਗਾ। ਉਹ 2 ਲਾਈਨਾਂ ਲਿਖਦੇ ਕਮਾਲ ਦੀਆਂ। ਉਹ ਲਿਖਦੇ ਨੇ, ਸਭ ਇੱਛਾ ਪੂਰਨ ਕਰੀ, ਹਲਤ ਵਿਖੈ ਸੁਖ ਦੀਨ, ਹਿਰਦੇ ਭਰੋਸਾ ਪਲਕ ਮਹਿ, ਕਰੇ ਕਸ਼ਟ ਸਭ ਸ਼ੀਨ।
ਜਿਸ ਵਾਹਿਗੁਰੂ ਨੇ ਇਸ ਦੁਨੀਆ ਦੀਆਂ ਮੇਰੀਆਂ ਇਛਾਵਾਂ ਪੂਰੀਆਂ ਕੀਤੀਆਂ ਨੇ, ਮੈਨੂੰ ਪਰਿਵਾਰ ਦਿੱਤਾ ਹੈ, ਘਰ ਦਿੱਤਾ ਹੈ, ਬਾਹਰ ਦਿੱਤਾ ਹੈ, ਸੁੱਖ ਦਿੱਤਾ ਹੈ, ਮੈਨੂੰ ਭਰੋਸਾ ਵਾ ਵੀ ਉਹ ਵਾਹਿਗੁਰੂ ਪਲਤ ਪਰਲੋਕ ਵਿੱਚ ਵੀ ਮੇਰੀ ਬਾਂਹ ਫੜੇਗਾ ਤੇ ਮੇਰੇ ਦੁੱਖਾਂ ਤੋਂ ਮੈਨੂੰ ਛਡਾਵੇਗਾ, ਹਿਸਾਬ ਤੋਂ ਬਚਾਵੇਗਾ। ਇਹਨੂੰ ਕੀ ਕਹਿੰਦੇ? ਭਰੋਸਾ। ਹੁਣ ਤੁਸੀਂ ਹੈਰਾਨ ਹੋਵੋਗੇ, ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਨਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਵਿਸ਼ਵਾਸ ਕਰਨਾ ਪੈਂਦਾ ਰੱਬ ਉੱਤੇ, ਮਾਲਕ ਉੱਤੇ, ਅਦ੍ਰਿਸ਼ਟ ਸ਼ਕਤੀ ਉੱਤੇ। ਤੇ ਗੁਰਬਾਣੀ ਕਹਿੰਦੀ ਜਿਹਨੂੰ ਵਿਸ਼ਵਾਸ ਆ ਗਿਆ, ਰੱਬ ਉੱਥੇ ਹਾਜ਼ਰ ਹੋ ਗਿਆ। ਜਿਸਕੇ ਅੰਤਰ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਜਿਹੜੇ ਸੰਤ ਲੋਕ ਹੁੰਦੇ, ਇਹਨਾਂ ਦਾ ਤੇ ਆਮ ਬੰਦੇ ਦਾ ਫਰਕ ਕੀ ਹੁੰਦਾ ਹੈ ਵੀ ਸਾਡਾ ਯਕੀਨ ਪੂਰਾ ਨਹੀਂ ਹੁੰਦਾ ਰੱਬ ਤੇ, ਭਾਵੇਂ ਅਸੀਂ ਮੱਥਾ ਵੀ ਟੇਕਦੇ ਆਂ, ਗੁਰਦੁਆਰੇ ਵੀ ਜਾਂਦੇ ਆਂ, ਪਰ ਪੂਰਾ ਨਹੀਂ ਅਸੀਂ ਯਕੀਨ ਕਰਦੇ। ਸੰਤ ਜਿਹੜੇ ਹੁੰਦੇ ਨੇ, ਇਹਨਾਂ ਦਾ ਪੂਰਨ ਯਕੀਨ ਪਰਮੇਸ਼ਰ ਤੇ ਹੁੰਦਾ। ਇੰਨਾ ਕੁ ਫਰਕ ਹੁੰਦਾ ਆਮ ਬੰਦੇ ਦਾ ਤੇ ਸੰਤ ਦਾ। ਜਿਵੇਂ ਭਗਤ ਜੀ ਹੋਏ ਨਾ ਗਰਵਾਲੀ ਵਾਲੇ, ਉਹ ਕੋਈ ਸੱਜਣ ਸੀ, ਉਹਨੂੰ ਸ਼ਰਾਬ ਪੀਣ ਦੀ ਆਦਤ, ਤੇ ਨਾਲਦਿਆਂ ਨੇ ਭਗਤ ਜੀ ਨੂੰ ਕਹਿਤਾ ਵੀ ਇਹਨੂੰ ਡੱਕੋ, ਰੋਕੋ। ਜਿਹੜੀ ਮਾਝੇ ਦੀ ਭਾਸ਼ਾ ਹੈ, ਡੱਕਣਾ, ਰੋਕਣਾ। ਤਾਂ ਭਗਤ ਜੀ ਨੇ ਕਹਿ ਦਿੱਤਾ, ਭਾਈ ਸ਼ਰਾਬ ਨਾ ਪੀਆ ਕਰ। ਕਹਿੰਦਾ ਕਿਉਂ? ਨਾ ਪੀਊਂਗਾ ਤੇ ਫਿਰ ਕੀ ਹੋ ਜਾਊਗਾ, ਤੇ ਜੇ ਪੀ ਲੈਣਾ ਵਾ ਤੇ ਫਿਰ ਕੀ ਹੋ ਗਿਆ? ਕਹਿੰਦੇ ਜੇ ਨਾ ਪੀਵੇਂਗਾ ਤੇ ਮਹਾਰਾਜ ਕਿਰਪਾ ਕਰੇਗਾ। ਕਹਿੰਦਾ ਦੇਖੀ ਆ ਕਿਸੇ ਨੇ? ਦੇਖਣ ਚ ਤੇ ਆਉਂਦੀ ਨਹੀਂ ਕਿਤੇ। ਉਹ ਕਹਿੰਦੇ ਤੂੰ ਕੀ ਚਾਹੁੰਦਾ ਵਾ? ਉਹ ਕਹਿੰਦਾ ਜੇ ਤੁਸੀਂ ਕੱਲ ਨੂੰ 2:30 ਵਜੇ ਤੋਂ ਪਹਿਲਾਂ ਮੀਂਹ ਪਵਾ ਦਿਓ ਤੇ ਮੈਂ ਸ਼ਰਾਬ ਪੀਣੀ ਛੱਡ ਦੂੰਗਾ। ਇਸੇ ਕਰਕੇ ਕਹਿੰਦੇ ਆ ਨਾ ਵੀ ਐਵੇਂ ਹਾਰੀ ਸਾਰੀ ਨੂੰ ਛੇੜਨਾ ਵੀ ਨਹੀਂ ਚਾਹੀਦਾ। ਨਹੀਂ ਤੂੰ ਛੱਡਣੀ ਨਾ ਛੱਡ, ਦਫਾ ਹੋ, ਸਾਨੂੰ ਕੀ। ਤੂੰ ਉਜੜ, ਤੇਰਾ ਟੱਬਰ ਉਜੜੇ, ਸਾਡੀ ਸਿਹਤ ਕੀ ਅਸਰ। ਪਰ ਭਗਤ ਜੀ ਪਰਉਪਕਾਰੀ ਸਨ, ਸੰਤ ਪਰਉਪਕਾਰੀ ਹੁੰਦੇ ਨੇ ਤੇ ਪਰਉਪਕਾਰ ਕਰਦੇ ਹਨ। ਤਾਂ ਉਹ ਪਰਉਪਕਾਰੀ ਸਨ। ਉਹ ਕਹਿੰਦੇ ਵੀ ਠੀਕ ਹੈ। ਉਹ ਕਹਿੰਦਾ ਨਹੀਂ ਠੀਕ ਨਹੀਂ ਆ, ਜੇ ਚਲੋ ਸਾਖੀ ਤਾਂ ਥੋੜਾ ਬਹੁਤਾ ਫਰਕ ਹੋ ਸਕਦਾ ਵੀ ਜੇ ਇੰਨੇ ਵਜੇ ਤੋਂ ਮੀਂਹ ਨਾ ਪਿਆ ਨਾ 2:30 ਵਜੇ ਤੇ 2 ਗਲਾਸ ਲੈ ਕੇ ਆਉਂਗਾ। ਅੱਗੇ ਤੇ ਸਾਦਾ ਮੇਰੀ ਛਡਾਉਣ ਲੱਗਾ ਸੀ, ਹੁਣ ਬਹਾ ਕੇ ਤੈਨੂੰ ਵੀ ਪਿਆਉਂਗਾ। ਉਹ ਜਿਹੜੇ ਸੇਵਕ ਸੀ ਉਹ ਕਹਿੰਦੇ ਕਿੱਥੇ ਸਿਆਪਾ ਪਾ ਲਿਆ। ਇਹੀ ਤੇ ਗੱਲ ਆ ਨਾ, ਸਾਨੂੰ ਯਕੀਨ ਨਹੀਂ ਹੈਗਾ। ਇਸ ਕਰਕੇ ਅਸੀਂ ਆਪਣੀ ਸਿਆਣਪ ਤੇ ਮਾਣ ਕਰਦੇ ਹਾਂ, ਤੇ ਸਿਆਣਪ ਕਹਿੰਦੀ ਆ ਇਹੋ ਜਿਹੇ ਬੇਵਕੂਫ ਨੂੰ ਕਵਾਉਣ ਦੀ ਕੀ ਲੋੜ ਪਈ। ਧੋਖਾ ਹੋ ਜਾਂਦਾ ਹੈ। ਚਲੋ ਟਾਈਮ ਆ ਗਿਆ, ਉਹ ਬੋਤਲ ਚੁੱਕੀ ਤੇ 2 ਗਲਾਸੀਆਂ ਫੜੀ ਆਵੇ। ਉਹਨੂੰ ਪਤਾ ਸੀ ਵੀ ਮੀਂਹ ਮੂੰਹ ਕੀ ਪੈਣਾ। ਕਹਿੰਦੇ 5 ਮਿੰਟ ਰਹਿ ਗਏ ਸੀ, ਸਾਰੇ ਉੱਠ ਕੇ ਚਲੇ ਗਏ ਸੀ ਵੀ ਬੁਰੀ ਹੋ ਗਈ ਅੱਜ। ਜਦੋਂ ਥੋੜਾ ਜਿਹਾ ਟਾਈਮ ਰਹਿ ਗਿਆ ਨਾ, ਪਤਾ ਨਹੀਂ ਕਿਧਰੋਂ ਬਦਲੀ ਉੱਠੀ ਤੇ ਕਿਣਮਿਣ ਸ਼ੁਰੂ ਹੋਈ ਤੇ ਸਾਰੇ ਚੇਲੇ ਖਿਸਕ ਕੇ ਭੱਜ ਗਏ ਸੀ। ਤੇ ਭਗਤ ਜੀ ਨੇ ਕੀ ਆਖਿਆ ਸੀ ਗਰਵਾਲੀ ਵਾਲੇ ਮਹਾਂਪੁਰਸ਼ਾਂ ਨੇ? ਉਹਨਾਂ ਆਖਿਆ ਭਾਵੇਂ 1 ਸਕਿੰਟ ਵੀ ਰਹਿ ਜਾਂਦਾ, ਸਾਨੂੰ ਯਕੀਨ ਆ ਕਿ ਸਾਡੀ ਪਿੱਠ ਨਹੀਂ ਉਹ ਲੱਗਣ ਦਿੰਦਾ। ਤਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਮੈਨੂੰ ਯਕੀਨ ਹੈ ਵੀ ਜਿਸ ਵਾਹਿਗੁਰੂ ਨੇ ਮੈਨੂੰ ਸਭ ਇੱਛਾ ਪੂਰਨ ਕਰੀ, ਹਲਤ ਵਿਖੇ ਸੁਖ ਦੀਨ, ਹਿਰਦੇ ਭਰੋਸਾ ਪਲਤ ਮਹਿ ਕਰੇ ਕਸ਼ਟ ਸਭ ਸ਼ੀਨ। ਮੇਰੇ ਹਿਰਦੇ 'ਚ ਭਰੋਸਾ, ਤੇ ਬਸ ਇਹੀ ਫਰਕ ਹੈ ਸੰਤ ਦਾ ਤੇ ਆਮ ਬੰਦੇ ਦਾ।
जाके हृदय विश्वास प्रभ आया, तत ज्ञान तिस मन प्रगटाया। बड़े प्रसंग लिखे ने इतिहास भी सर्ब पालक सर्ब घालक सर्ब को पुन काल, भी सब की पालना करने वाला वही है। ठीक है, देखता नहीं है पर पिछे वही है। आप जी हैरान होवोगे भी जदों कलगीधर महाराज जी नाल फौज युद्ध करन आई तां सिखां दी गिणती किन्नी सी? 500। दुश्मन दी किन्नी सी? 1.25 लाख। पहाड़ी राजे ते जिहड़ी फौज आई, सैद बेग ते सैद खां दी कमान थल्ले, ते थोड़े दिन पहलां दी गल है भी महाराज नाराज होए भी जिहड़े मसंद आए मेरे सिखां नूं दुख बड़ा दिंदे आ, इस करके तुसीं हुण सिखां तो गराई इकट्ठी नहीं करनी, जिहड़ा आपे दे जे प्रेम ना दे जे। तां सियाणे सियाणे उधरों घेरा पै गया, फौज आ गई चढ़ के। सियाणे सियाणे सिख सोची पै गए भी जे माया ना आई ते जंग किदां लड़े जाणगे, खर्चे कित्थों चलणगे, लंगर कित्थों चलणगे माया तो बिना। हुण कलगीधर महाराज जी ते फिर परमेश्वर दे भरोसे नूं देण वाले आ। उन्हां ने दुनिया नूं दिखाया भी वाहिगुरू तो भरोसा नहीं छड्डना, भावें इन्ना दुख भी आ जाए। किन्ना देख लो, 4 साहिबजादे भी शहीद हो, आनंदपुर साहब भी छड्डिया गया, उजड़ गया सारा कुछ। 5 किले फौज ने ढा दिते। वो सिर्फ दसन आए आ, दिखाउण आए आ संसार नूं, नहीं ते वो तां आप परमेश्वर दा सरगुण स्वरूप सी। किहदी मजाल आ जिन्हां अगे अरदास करके असीं आपदे दुख कटदे आ, उन्हां नूं दुख होना? इह तां दिखाउण आए सी भी जे मेरे सिख नूं इन्ना दुख भी आवे तां भी वाहिगुरू तो भरोसा ना छड्डे। यही तो गल सोचण वाली आ ना भी आपां जिन्हां दा शब्द पढ़दे, ताती वाओ ना लगई पार ब्रह्म सरणाई, भी तत्ती वाह ना लगे। उन्हां नूं तत्ती लोह ते कौन बिठा सकदा? ये किहदा शब्द आ? पंचम गुरदेव श्री गुरु अर्जन देव साहब महाराज दा। कोई बिठा सकदा उन्हां नूं? जिन्हां दा शब्द पढ़िया तत्ती वाह नहीं लगदी, उन्हां नूं किन्ने तत्ती लोह ते बहा लेना सी? तां ओह सिखां नूं समझाउण दी खातर कि मेरे सिखो भी जे इन्ना दुख भी आवे तां वाहिगुरू अगे अरदास करियो कि सिदक ना डोले, भरोसा रखियो परमेश्वर। इन्ना दुख आया ही नहीं किसी नूं अजे तक। हाँ, कारोबार आ, कदी फेल हो जाते, कदी चल पैंदे आ। जां किसी दा एक बच्चा डैथ हो गई होगी, 4, ये थोड़ी होगा भी सारा परिवार ही खत्म हो गया। तां इन्ना दुख शरीर करके आउंदा ही नहीं किसी नूं जिन्ना महाराज नूं आया। वो महाराज ने दिखाया आपदे शरीर ते झल के भी जे इन्ना भी आवे ते रब नूं मनना नहीं छड्डना। हरेक संत ने ही दिखाया। वो सानू समझ नहीं आउंदी, वखरी गल है। भावें वो हिंदू धर्म के महापुरुष ने, भगवान कृष्ण ने, उन्हां दे भैण भरा जिहड़े पहलां उन्हां तो पैदा होए आ, वेख लो उन्हां दे मामे कंस ने जमदियां ही पत्थर दे नाल सिर मार मार के मारे। किन्ना दुख, मां प्यो नूं जेल च बंद करके रखिया। हालांकि सगी भैण अपने कंस दी भैण सी, मामा सी उन्हां दा। इसे तरह हजरत ईसा साहब सूली ते चाड़ता। तां कोई भी संत आ, संत सुकरात जी वर्गे आ, जहर दे प्याले पीने पे, शमस तबरेज वर्गियां दियां पुठियां खल्लां लातियां, पर उन्हां वाहिगुरू ते भरोसा नहीं छड्डिया। तां कलगीधर जी दे जीवन दे विच भी ये प्रसंग आउंदा है। हुण मसंदां ने सिख डराते भी महाराज ने माया बंद करती आ ते मरना वा, लड़ना किदां? सिखां ने बेनती की कि सच्चे पातशाह भी इन्नी फौज आ गई, असीं किदां लड़ांगे?
ਨਾ ਸਾਡੇ ਤੋਂ ਖਜ਼ਾਨਾ, ਨਾ ਸਾਡੇ ਤੋਂ ਕਿਲੇ, ਨਾ ਸਾਡੇ ਤੋਂ ਚੰਗੇ ਸ਼ਸਤਰ। ਮਹਾਰਾਜ ਕਹਿੰਦੇ ਤੁਸੀਂ ਲੜਨਾ, ਲੜਨ ਵਾਲਾ ਤੇ ਕੋਈ ਹੋਰ ਆ, ਉਹ ਪਿੱਛੇ ਆ। ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ, ਉਹ ਤਾਂ ਪਿੱਛੇ ਹੈ। ਤਾਂ ਫਿਰ ਮਹਾਰਾਜ ਨੂੰ ਉਹਨਾਂ ਨੇ ਆਖਿਆ, ਮਹਾਰਾਜ ਵੀ ਸਾਨੂੰ ਤਾਂ ਇਹਦਾ ਭਰੋਸਾ ਨਹੀਂ ਆਉਂਦਾ, ਦਿਖਾਓ ਫਿਰ ਸਾਨੂੰ। ਫਿਰ ਮਹਾਰਾਜ ਜੀ ਨੇ ਉੱਥੇ ਕਿਰਪਾ ਕੀਤੀ, 10ਵੇਂ ਪਾਤਸ਼ਾਹ ਨੇ ਆਖਿਆ ਵੀ ਨੇਤਰ ਬੰਦ ਕਰੋ। ਜਦੋਂ ਉਹਨਾਂ ਨੇ ਨੇਤਰ ਬੰਦ ਕੀਤੇ ਤੇ ਕੀ ਦੇਖਿਆ, ਲੱਖੋ ਹੀ ਦਲ ਚੜੇ ਨਿਹਾਰੇ, ਅਨਕ ਰੀਤ ਕੇ ਆਯੁਧ ਧਾਰੇ। ਲੱਖਾਂ ਹੀ ਫਰਿਸ਼ਤੇ ਜਿਹੜੇ ਨੇ, ਸ਼ਹੀਦ ਸਿੱਖ ਜਿਹੜੇ ਨੇ, ਸ਼ਹੀਦੀ ਫੌਜਾਂ ਜਿਹੜੀਆਂ ਨੇ, ਉਹ ਸ਼ਸਤਰ ਧਾਰ ਕੇ ਖਲੋਤੀਆਂ ਨੇ ਯੁੱਧ ਕਰਨ ਵਾਸਤੇ। ਤਾਂ ਹੈਰਾਨ ਹੋ ਗਏ ਵੇਖ ਕੇ, ਕੋਈ ਪੈਦਲ, ਕੋਈ ਘੋੜ ਚੜਿਆ। ਤਾਂ ਫਿਰ ਸਿੱਖਾਂ ਨੂੰ ਭਰੋਸਾ ਆ ਗਿਆ ਵੀ ਅਸੀਂ ਐਵੇਂ ਭਰੋਸੇ ਭੁਲੇਖੇ ਚ ਇਹ ਕਲਗੀਧਰ ਨੇ ਹੀ ਲੜਨਾ ਵਾ, ਕਲਗੀਧਰ ਨੇ ਹੀ ਜਿੱਤਣਾ ਵਾ, ਸਾਡਾ ਤੇ ਕੰਮ ਐਵੇਂ ਤਲਵਾਰਾਂ ਹਵਾ ਜੀ ਲਹਿਰਾਉਣੀਆਂ। ਲੜਨ ਵਾਲੇ ਕੋਈ ਹੋਰ ਆ, ਲੜਨਾ ਈਸ਼ਵਰ ਦੀ ਤਾਕਤ ਨੇ ਆ, ਵਾਹਿਗੁਰੂ ਦੀ ਬਰਕਤ ਨੇ। ਪਰ ਉਹ ਭਰੋਸਾ ਨਹੀਂ ਨਾ ਆਉਂਦਾ ਬਿਨਾਂ ਵੇਖੇ ਤੋਂ। ਤਾਂ ਫਿਰ ਮਹਾਰਾਜ ਨੇ ਦਿਖਾਇਆ ਫਿਰ ਸਾਰਾ ਕੁਝ ਉਹਨਾਂ ਨੂੰ। ਤਾਂ ਕਲਗੀਧਰ ਜੀ ਕਹਿੰਦੇ ਆ ਵੀ ਇਹ ਭਰੋਸਾ ਰੱਖ ਲੈਣਾ ਚਾਹੀਦਾ ਵਾ ਵੀ ਪਾਲਣ ਵਾਲਾ ਵੀ ਉਹ ਆ। ਸਰਬ ਪਾਲਕ ਸਰਬ ਘਾਲਕ, ਘਾਲਣ ਵਾਲਾ ਭਾਵ ਇਸ ਸਰੀਰ ਵਿੱਚ ਰੂਹ ਪਾਉਣ ਵਾਲਾ ਵੀ ਉਹੀ ਹੈ। ਸਰਬ ਕੋ ਪੁਨ ਕਾਲ, ਫਿਰ ਸਾਰਿਆਂ ਨੂੰ ਲੈ ਜਾਣ ਵਾਲਾ ਵੀ ਉਹੀ ਆ। ਸੰਸਾਰ ਦੇ ਵਿੱਚੋਂ ਮੌਤ ਆਉਂਦੀ ਹੈ ਤੇ ਬੰਦਾ ਤੁਰ ਪੈਂਦਾ ਹੈ। ਮੁਹੰਮਦ ਸਾਹਿਬ ਦੇ ਜੀਵਨ ਦੇ ਵਿੱਚ ਵੀ ਬੜਾ ਸੋਹਣਾ, ਚਲੋ ਪ੍ਰਸੰਗ ਵੱਧਦਾ ਜਾ ਰਿਹਾ ਹੈ। ਕਹਿਣ ਤੋਂ ਭਾਵ ਵੀ ਅੱਜ ਕੱਲ ਮੋਬਾਈਲਾਂ ਦੇ ਵਿੱਚ ਡੂ ਨਾਟ ਡਿਸਟਰਬ ਮੋਡ ਆ ਗਿਆ, ਸੋਚਿਆ ਗਿਆ ਉਹ ਜੇ ਦੱਬ ਦਈਏ ਵੀ ਡਿਸਟਰਬ ਨਾ ਕਰੋ, ਉਹ ਲਾ ਕੇ ਰੱਖਣਾ ਚਾਹੀਦਾ ਵਾ। ਸਭ ਵਾਹਿਗੁਰੂ ਦੇ ਹੁਕਮ 'ਚ ਹੀ ਹੈ। ਜਾਂ ਫਲਾਈਟ ਮੋਡ, ਰੱਬ ਦੇ ਆਸਰੇ ਤੇ। ਇਹ ਜਿਹੜੇ ਮਹਾਤਮਾ ਹੁੰਦੇ, ਸੰਤ ਲੋਕ ਆ, ਇਹ ਫਲਾਈਟ ਮੋਡ ਤੇ ਚੱਲਦੇ ਆ, ਇਹ ਰੱਬ ਦੇ ਆਸਰੇ ਤੇ ਚੱਲਦੇ ਆ। ਮੁਹੰਮਦ ਸਾਹਿਬ ਦੇ ਜੀਵਨ ਦੇ ਵਿੱਚ ਤੇ ਬੜੀ ਸੁੰਦਰ ਗਾਥਾ ਆਉਂਦੀ ਆ ਵੀ ਹਜ਼ੂਰੇ ਸਰਵਰ ਆਲਮ ਜਿਹੜੇ ਮੁਹੰਮਦ ਸਾਹਿਬ ਸਨ, ਤਾਂ ਫਰਿਸ਼ਤਾ ਜਿਹੜਾ ਜਬਰੀਲ ਸੀ, ਉਹਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਮੌਤ ਦਾ ਦੇਵਤਾ ਮਲਕੁਲ ਆਇਆ ਹੈ ਖੁਦਾ ਦੇ ਹੁਕਮ ਨਾਲ, ਅੰਦਰ ਆਉਣ ਦੀ ਆਗਿਆ ਮੰਗਦਾ ਹੈ, ਹੁਕਮ ਮੰਗਦਾ ਹੈ ਵੀ ਅੰਦਰ ਆਵਾਂ। ਤੇ ਖੁਦਾ ਦਾ ਹੁਕਮ ਹੈ ਵੀ ਤੁਸੀਂ ਹੁਣ ਆ ਜਾਓ, ਦਰਸ਼ਨ ਦਿਓ, ਤੇ ਜੇ ਤੁਹਾਡਾ ਹੁਕਮ ਹੋਵੇ ਤੇ ਤੁਹਾਡੀ ਰੂਹ ਨੂੰ ਕਬਜ਼ ਕਰਾਂ, ਸਰੀਰ ਚੋਂ ਕੱਢਾਂ ਤੇ ਖੁਦਾ ਪਾਸ ਲੈ ਕੇ ਚੱਲਾਂ। ਜੇ ਨਹੀਂ ਹੁਕਮ ਤੇ ਮੈਂ ਮੁੜ ਜਾਵਾਂ। ਹੁਣ ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਵੇਖੋ ਤਾਕਤ, ਵੀ ਮੌਤ ਉਹਨਾਂ ਨੂੰ ਪੁੱਛ ਕੇ ਸਰੀਰ ਵਿੱਚੋਂ ਰੂਹ ਕੱਢਦੀ। ਤਾਂ ਉੱਥੇ ਇਸਲਾਮ ਧਰਮ ਦੀਆਂ ਪੁਸਤਕਾਂ 'ਚ ਆਉਂਦਾ ਵੀ ਜਿਹੜਾ ਮਲਕੁਲ ਮੌਤ ਆ, ਮੌਤ ਦਾ ਦੇਵਤਾ ਮਲਕੁਲ ਜਿਹੜਾ ਹੈ, ਇਹਨੇ ਕਦੀ ਕਿਸੇ ਨੂੰ ਨਹੀਂ ਪੁੱਛਿਆ ਲਿਜਾਣ ਲੱਗਿਆ, ਬਿਨ ਪੁੱਛਿਆ ਹੀ ਲੈ ਜਾ। ਇਹ ਨਹੀਂ ਪੁੱਛਦੇ ਕਦੀ ਵੀ ਕਿਸੇ ਨੂੰ, ਤੇ ਹਰੇਕ ਨੂੰ ਜਾਣਾ ਪੈਣਾ ਹੈ, ਰੂਹ ਨੂੰ ਕਬਜ਼ ਉਹਨੇ ਕਰਨਾ। ਤਾਂ ਮੁਹੰਮਦ ਸਾਹਿਬ ਨੂੰ ਉਹਨੇ ਜਿਬਰਾਈਲ ਨੇ ਆਖਿਆ, ਮਹਾਰਾਜ ਤੁਸੀਂ ਐਸੇ ਮਹਾਂਪੁਰਸ਼ ਹੋ ਵੀ ਖੁਦਾ ਦਾ ਮੌਤ ਨੂੰ ਵੀ ਹੁਕਮ ਆ ਵੀ ਉਹਨਾਂ ਦੀ ਆਗਿਆ 'ਚ ਜਾ। ਇੰਨਾ ਕੁ ਫਰਕ ਹੁੰਦਾ ਵਾ। ਸਰਬ ਕੋ ਪੁਨ ਕਾਲ, ਪੁਨ ਫੇਰ ਜਿਹੜਾ ਸਾਰਿਆਂ ਦਾ ਕਾਲ ਹੈ। ਨਾਮ ਜਪਣ ਵਾਲਿਆਂ ਦਾ ਇੰਨਾ ਕੁ ਫਰਕ ਹੈ ਵੀ ਮੌਤ ਵੀ ਉਹਨਾਂ ਦੇ ਆਗਿਆ ਦੇ ਵਿੱਚ ਆ ਜਾਂਦੀ ਹੈ। ਨਾਮ ਦੀ ਬਰਕਤ ਇਸ ਤਰ੍ਹਾਂ ਦੀ, ਪਰਿਓ ਕਾਲ ਸਭੇ ਜਾਗੂ ਪਰ ਮਾਹੇ ਲਿਖੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਸ ਜਾਨੀ।
ਉਹ ਮੌਤ ਦੇ ਅਸਰ ਤੋਂ ਵੀ ਪਰੇ ਹੋ ਜਾਂਦੇ ਹਨ। ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤਾਂ ਅਵਧੂਤ ਸ਼ੁੱਧ ਰੂਪ। ਅਵਧੂਤ ਦਾ ਅਰਥ ਕਰਦੇ ਨੇ ਵਿਦਵਾਨ ਲੋਕ ਵੀ ਅਵਧੂਤ ਕਿਹਨੂੰ ਕਹਿੰਦੇ ਆ? ਜਿਸ ਨੇ ਕੁਕਰਮ ਤੇ ਪਾਪ ਝਾੜ ਸੁੱਟੇ ਹੋਣ ਉਹਨੂੰ ਅਵਧੂਤ ਕਹਿੰਦੇ। ਪਵਿੱਤਰ ਰੂਪ, ਸ਼ੁੱਧ ਰੂਪ, ਜਿਹਨੂੰ ਖਾਲਸ ਕਹਿ ਦਿੰਦੇ। ਖਾਲਸਾ ਮੇਰੋ ਰੂਪ ਹੈ ਕਾਲ, ਜਿਹੜੇ ਸ਼ੁੱਧ ਨੇ ਹਿਰਦੇ ਦੇ। ਤਾਂ ਅਵਧੂਤ ਸ਼ੁੱਧ ਤੇ ਰਸਾਲ ਸੋਹਣੇ ਸਰੂਪ ਵਾਲੇ। ਤੇ ਜਤਰ ਤਤਰ ਜਿੱਥੇ ਕਿੱਥੇ ਬਿਰਾਜ ਹੀ ਆਪ ਹੀ ਬੈਠੇ ਹੋ, ਹਰ ਥਾਂ ਤੇ ਆਪ ਹੀ ਹਾਜ਼ਰ ਹੋ। ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੇ ਅਕਾਲ ਪੁਰਖ ਜੀ, ਤੇਰਾ ਵਿਆਪਕ ਸਰੂਪ ਐਸਾ ਹੈ ਕਿ ਨਾਮ ਠਾਮ ਨਾ ਜਾਤ ਜਾਕਰ, ਜਿਸ ਦਾ ਕੋਈ ਖਾਸ ਨਾਮ ਨਹੀਂ, ਠਾਮ ਕੋਈ ਖਾਸ ਜਗ੍ਹਾ ਨਹੀਂ ਵੀ ਇੱਥੇ ਹੀ ਬੈਠਾ ਹੈ, ਕੋਈ ਜਾਤ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ। ਹੁਣ ਨਾਮ ਵਾਹਿਗੁਰੂ ਦੀ ਪ੍ਰਾਪਤੀ ਕਰਾਉਂਦਾ ਵਾ। ਨਾਮ ਜਪੀਏ ਤੇ ਉਹਦੀ ਪ੍ਰਾਪਤੀ ਹੁੰਦੀ ਹੈ। ਪਰ ਜੇ ਕੋਈ ਕਵੇ ਵੀ ਸਾਡੇ ਧਰਮ ਦਾ ਹੀ ਤੁਸੀਂ ਨਾਮ ਜਪੋ ਤੇ ਫੇਰ ਹੀ ਮਿਲਣਾ ਵਾ, ਦੂਸਰੇ ਧਰਮ ਦੇ ਨਾਲ ਈਰਖਾ ਕਰੇ, ਨਫ਼ਰਤ ਕਰੇ, ਤਾਂ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਗੁਰਬਾਣੀ ਨੇ ਤਾਂ ਸਪਸ਼ਟ ਲਿਖਿਆ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਜਿਹੜਾ ਜਿਸ ਧਰਮ ਦੇ ਗੁਰੂ ਨੇ ਦਿੱਤਾ ਹੈ, ਆਪਣੇ ਧਰਮ ਅਨੁਸਾਰ, ਆਪਣੀ ਮਰਿਆਦਾ ਅਨੁਸਾਰ। ਪਰ ਕੋਈ ਇਹ ਦਾਵਾ ਨਹੀਂ ਕਰ ਸਕਦਾ ਵੀ ਐਸ ਨਾਮ ਦੇ ਨਾਲ ਹੀ ਉਹਨੇ ਮਿਲਣਾ ਹੈ। ਤਾਂ ਜਿਹੜਾ ਨਾਮ ਜਪਣਾ ਹੈ, ਨਾਮ ਜਪਣਾ ਹੋਰ ਚੀਜ਼ ਹੁੰਦਾ ਵਾ, ਨਾਮ ਤੇ ਬੋਲਣਾ ਹੋਰ ਚੀਜ਼ ਹੁੰਦਾ ਵਾ, ਨਾਮ ਤੇ ਕਿਤਾਬ ਲਿਖਣੀ ਹੋਰ ਚੀਜ਼ ਹੁੰਦੀ। ਪਰ ਨਾਮ ਜਪ ਕੇ ਪਰਮੇਸ਼ਰ ਨੂੰ ਪਾਉਣਾ, ਇਹ ਫੀਲਿੰਗ ਜਿਹੜੀ ਇਹ ਹੋਰ ਹੁੰਦੀ। ਹੁਣ ਜਿਵੇਂ ਕੋਈ ਬੱਚੇ ਦੇ ਜਨਮ ਬਾਰੇ ਬੋਲੇ, ਉਹ ਗੱਲ ਹੋਰ ਆ। ਬੱਚੇ ਦਾ ਜਨਮ ਕਿੱਦਾਂ ਹੁੰਦਾ ਵਾ, ਕਿਤਾਬ ਲਿਖੇ, ਉਹ ਗੱਲ ਹੋਰ ਆ। ਪਰ ਕਜਾ ਇੱਕ ਔਰਤ ਨੇ 9 ਮਹੀਨੇ ਢਿੱਡ 'ਚ ਰੱਖ ਕੇ ਜਨਮ ਦੇਣਾ, ਉਹ ਫੀਲਿੰਗ ਹੀ ਹੋਰ ਆ, ਉਹ ਗੱਲ ਬਣਨੀ ਨਹੀਂ। ਤਾਂ ਨਾਮ ਤੇ ਬੋਲਣਾ ਹੋਰ ਆ, ਨਾਮ ਤੇ ਲੈਕਚਰ ਦੇਣਾ ਹੋਰ ਆ, ਪਰ ਨਾਮ ਜਪ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਇਹ ਬਿਲਕੁਲ ਹੀ ਹੋਰ, ਉਹ ਗੱਲ ਬਣਦੀ ਨਹੀਂ। ਅੱਜ ਕੱਲ ਜੋ ਕੰਮ ਚੱਲ ਰਿਹਾ ਉਹ ਇਹ ਚੱਲ ਰਿਹਾ ਵੀ ਨਾਮ ਤੇ ਬੋਲੋ, ਨਾਮ ਤੇ ਕਿਤਾਬਾਂ ਲਿਖੋ, ਰੱਬ ਤੇ ਬੋਲੋ, ਰੱਬ ਤੇ ਕਿਤਾਬਾਂ ਲਿਖੋ। ਪਰ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਹੈ ਉਹ ਹੋਰ। ਜਿਵੇਂ 2 ਮਾਈਆਂ ਦਾ ਝਗੜਾ ਹੋ ਗਿਆ, ਉਹ ਰਾਜੇ ਕੋਲੇ ਗਈਆਂ, ਰਾਜਾ ਬੜਾ ਸਿਆਣਾ ਸੀ, ਇੱਕ ਦੇ ਬੱਚਾ ਨਹੀਂ ਸੀ ਹੁੰਦਾ, ਉਹਨੇ ਦੂਸਰੀ ਦਾ ਬੱਚਾ ਚੁੱਕ ਲਿਆ ਤੇ ਕਹਿੰਦੀ ਮੇਰਾ। ਜਿਹੜੀ ਅਸਲੀ ਸੀ ਉਹ ਵੀ ਕਵੇ ਮੇਰਾ ਵਾ, ਝਗੜਾ ਬਹੁਤ ਵੱਧ ਗਿਆ। ਬਾਦਸ਼ਾਹ ਬੜਾ ਸਿਆਣਾ ਸੀ, ਬੜੀ ਸਿਰ ਖਪਾਈ ਹੋਈ, ਪਰ ਫੈਸਲਾ ਕਿਸੇ ਬੰਨੇ ਲੱਗੇ ਹੀ ਨਾ। ਦੋਵੇਂ ਹੀ ਮਰਨ ਨੂੰ ਵੀ ਤਿਆਰ, ਬੱਚੇ ਬਦਲੇ। ਹਾਰ ਕੇ ਬਾਦਸ਼ਾਹ ਬੜੇ ਤਿੱਖੇ ਹੁੰਦੇ ਨੇ, ਸੂਖਸ਼ਮ ਬੁੱਧੀ ਦੇ ਮਾਲਕ ਹੁੰਦੇ ਨੇ, ਤੇ ਬਾਦਸ਼ਾਹ ਨੇ ਆਖਿਆ ਵੀ ਏਦਾਂ ਵਾ, ਇਹ ਫੈਸਲਾ ਤੇ ਕੋਈ ਹੁੰਦਾ ਨਹੀਂ, ਫਿਰ ਏਦਾਂ ਕਰੋ ਵੀ ਬੱਚੇ ਨੂੰ ਨਾ ਵਿੱਚੋਂ ਚੀਰ ਦੋ, ਪਾੜ ਕੇ ਅੱਧਾ ਉਹਨੂੰ ਦੇ ਦੋ ਤੇ ਅੱਧਾ ਉਹਨੂੰ ਦੇ ਦੋ। ਇੱਕ ਮਾਈ ਬੋਲ ਉੱਠੀ ਤੇ ਬਾਦਸ਼ਾਹ ਨੇ ਆਖਿਆ ਵੀ ਜਿਹੜੀ ਝੂਠੀ ਹੋਈ ਉਹਨੂੰ ਮੈਂ ਕੋਲੂ ਦੇ ਵਿੱਚ ਦੀ ਪੀੜਨਾ, ਏਡੀ ਮਾੜੀ ਸਜ਼ਾ ਦਊਂਗਾ ਵੀ ਦੁਨੀਆ ਯਾਦ ਰੱਖੇਗਾ ਤਾਂ ਇਹੋ ਜੀ ਕੋਈ ਗਲਤੀ ਨਾ ਕਰੇ। ਹੁਣ ਕੋਲੂ ਦੇ ਵਿੱਚ ਤਿਲ ਤੇ ਪੀੜੇ ਗਏ ਨੇ, ਗੰਨੇ ਨਪੀੜੇ ਜਾਂਦੇ ਨੇ, ਰਸ ਕੱਢਿਆ ਜਾਂਦਾ, ਸਰੀਰ ਪੀੜ ਦੇਣਾ ਕੋਲੂ 'ਚ ਕਿੱਡੀ ਵੱਡੀ ਸਜ਼ਾ। ਤਾਂ ਇੱਕ ਮਾਈ ਨੇ ਆਖਿਆ ਵੀ ਤੁਸੀਂ, ਮੈਂ ਝੂਠੀ ਆ ਤੇ ਕੋਲੂ ਦੇ ਵਿੱਚ ਆਪਣੇ ਆਪ ਨੂੰ ਨਪੀੜਨ ਵਾਸਤੇ ਤਿਆਰ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫੀ ਦਿੱਤੀ ਜਾਵੇ। ਦੂਜੀ ਮਾਈ, ਇਹ ਸੱਚੀ ਹੈ, ਬੱਚਾ ਇਹਦਾ ਹੈ ਤੇ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ। ਬਾਦਸ਼ਾਹ ਹੱਸ ਪਿਆ।
ਉਹ ਕਹਿੰਦਾ ਬੱਚਾ ਇਹਦਾ ਹੀ ਹੈ, ਇਹਨੂੰ ਦੇ ਦਿੱਤਾ ਜਾਵੇ ਤੇ ਦੂਜੀ ਨੂੰ ਕੋਲੂ ਚ ਪੀੜ ਦਿੱਤਾ ਜਾਵੇ। ਉਹ ਜਿਹੜੇ ਸੁਣਨ ਵਾਲੇ ਸੀ, ਵੇਖਣ ਵਾਲੇ ਸੀ, ਉਹ ਕਹਿੰਦੇ ਵੀ ਮੰਨਿਆ ਤੇ ਉਹਨੇ ਸੀ ਵੀ ਮੈਂ ਝੂਠੀ ਆ, ਤੇ ਜਿਹੜੀ ਝੂਠੀ ਸੀ ਉਹ ਤਾਂ ਕੁਝ ਬੋਲੀ ਨਹੀਂ, ਜਿਹੜੀ ਸੱਚੀ ਸੀ ਉਹਨੇ ਕਿਹਾ ਵੀ ਮੈਂ ਝੂਠੀ ਆ ਤੇ ਬੱਚੇ ਨੂੰ ਨਾ ਚੀਰਿਆ ਜਾਵੇ। ਤਾਂ ਰਾਜਾ ਕਹਿੰਦਾ ਫਿਰ ਇਹ ਮਾਂ ਸੀ ਨਾ ਉਹਦੀ, ਵੀ ਬੱਚਾ ਭਾਵੇਂ ਦੂਜੀ ਪਾਲ ਲੇ, ਜਿਹਨੇ ਝੂਠ ਮਾਰ ਕੇ ਆਖਿਆ ਵੀ ਮੇਰਾ ਬੱਚਾ, ਪਰ ਇਹਨੇ ਆਪਦੇ ਬੱਚੇ ਨੂੰ ਅੱਖਾਂ ਸਾਹਮਣੇ ਚੀਰਦਿਆਂ ਥੋੜਾ ਦੇਖ ਲੈਣਾ ਸੀ, ਕਿਉਂ ਅਸਲੀ ਆ ਨਾ, ਇਹਨੇ ਢਿੱਡ 'ਚੋਂ ਜੰਮਿਆ। ਤਾਂ ਇਹ ਜਿਹੜੀ ਅਸਲੀਅਤ ਹੈ ਉਹਦੇ ਨਾਲੋਂ ਇੰਨਾ ਦੂਰ ਹੁੰਦਾ ਮਸਲਾ। ਨਾਮ ਬਾਰੇ ਬੋਲਣਾ ਹੋਰ ਚੀਜ਼ ਹੈ, ਨਾਮ ਬਾਰੇ ਕਿਤਾਬਾਂ ਲਿਖਣੀਆਂ, ਧਰਮ ਬਾਰੇ ਕਿਤਾਬਾਂ ਖੋਜਾਂ ਕਰਕੇ ਲਿਖਣੀਆਂ, ਇਹਦੇ 'ਚ ਵੀ ਬੜੀ ਜਾਣਕਾਰੀ ਹੁੰਦੀ ਹੈ, ਪਰ ਉਹ ਗੱਲ ਨਹੀਂ ਬਣਦੀ, ਉਹ ਫੀਲਿੰਗ ਨਹੀਂ ਬਣਦੀ ਜਿਹੜੀ ਪਰਮੇਸ਼ਰ ਨੂੰ ਹਿਰਦੇ ਵਿੱਚੋਂ ਪ੍ਰਾਪਤ ਕਰਕੇ ਬਣਦੀ। ਸਾਰਿਆਂ ਦਾ ਆਪੋ ਆਪਣਾ ਅਧਿਕਾਰ ਹੈ। ਤਾਂ ਇਸ ਤਰ੍ਹਾਂ ਮਹਾਰਾਜ ਜੀ ਬਾਣੀ ਵਿੱਚ ਵੀ ਲਿਖਦੇ ਵੀ ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੇ ਹਮ ਛੁਟ ਕਾਕੀ। ਇਹ ਕਲਯੁਗ ਦਾ ਧਰਮ ਦੱਸੋ ਕੀ ਆ? ਤਾਂ ਕਲਯੁਗ ਦਾ ਧਰਮ ਕੀ ਆ? ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੇ ਤਰਕ। ਵਾਹਿਗੁਰੂ ਜੀ ਦਾ ਨਾਮ ਹੀ ਬੇੜੀ ਆ, ਵਾਹਿਗੁਰੂ ਜੀ ਦਾ ਨਾਮ ਹੀ ਤੁਲਹਾ ਹੈ। ਵਾਹਿਗੁਰੂ ਜੀ ਦਾ ਨਾਮ ਜਿਹੜੇ ਜਪਣਗੇ ਉਹ ਆਪ ਵੀ ਤਰਨਗੇ, ਹੋਰਾਂ ਨੂੰ ਵੀ ਤਾਰਨਗੇ। ਤਾਂ ਨਾਮ ਜਪਣ ਦੇ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਪਰ ਇੱਥੇ ਮਹਾਰਾਜ ਕਹਿ ਦਿੰਦੇ ਆ ਵੀ ਨਾਮ ਠਾਮ ਨਾ ਜਾਤ ਜਾਕਰ। ਜਦੋਂ ਪਰਮਾਤਮਾ ਰੂਪ ਰੰਗ ਤੋਂ ਰਹਿਤ ਆ, ਰੇਖ ਤੋਂ ਰਹਿਤ ਆ, ਤਾਂ ਨਾਮ ਸਰੀਰ ਦਾ ਹੁੰਦਾ। ਇਹ ਜਿੰਨੇ ਨਾਮ ਨੇ ਜਿਹੜੇ ਸਰੀਰ ਧਾਰ ਕੇ ਵਾਹਿਗੁਰੂ ਜੀ ਨੇ ਕਰਮ ਕੀਤੇ ਆ, ਜਾਂ ਗੁਣਾਂ ਦਾ ਨਾਮ ਹੈ। ਪਰ ਜੇ ਕੋਈ ਕਵੇ ਵੀ ਇਹ ਖਾਸ ਨਾਮ ਦੇ ਨਾਲ ਹੀ ਉਹਦੀ ਪ੍ਰਾਪਤੀ ਹੈ, ਜਿਵੇਂ ਮੁਸਲਮਾਨ ਕਹਿਣ ਵੀ ਤੁਸੀਂ ਸਾਡਾ ਵਾਲਾ ਹੀ ਜਪੋ ਫੇਰ ਹੀ ਉਹ ਪ੍ਰਾਪਤ ਹੋਵੇਗਾ, ਹਿੰਦੂ ਕਹਿਣ ਨਹੀਂ ਜੀ ਰਾਮ ਰਾਮ ਕਿਆ ਹੀ ਪ੍ਰਾਪਤ ਹੋਊਗਾ, ਖੁਦਾ ਕਹਿਣ ਦੇ ਨਾਲ ਨਹੀਂ ਪ੍ਰਾਪਤ ਹੋਊਗਾ, ਤਾਂ ਇਸ ਤਰ੍ਹਾਂ ਕੋਈ ਉਸ ਦਾ ਖਾਸ ਨਾਮ ਨਹੀਂ, ਕੋਈ ਖਾਸ ਜਗ੍ਹਾ ਨਹੀਂ। ਤੇ ਰੂਪ ਰੰਗ ਤੋਂ ਵਾਹਿਗੁਰੂ ਪਰਮੇਸ਼ਰ ਜੀ ਰਹਿਤ ਹਨ। ਆਦ ਪੁਰਖ ਉਧਾਰ ਮੂਰਤ, ਅਜੋਨ ਆਦ ਅਸੇਖ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਭ ਦਾ ਆਦ ਰੂਪ ਹੈ ਤੇ ਪੁਰਖ ਹਰ ਜਗ੍ਹਾ ਤੇ ਪਰਿਪੂਰਨ ਹੈ, ਉਦਾਰ ਮੂਰਤ। ਔਰ ਉਹ ਵਾਹਿਗੁਰੂ ਪਰਮੇਸ਼ਰ ਜੀ ਉਦਾਰ ਸਰੂਪ ਵਾਲੇ ਨੇ, ਖੁੱਲੇ ਦਿਲ ਵਾਲੇ ਨੇ, ਤਰਸ ਵਾਲੇ ਨੇ, ਰਹਿਮਤ ਵਾਲੇ ਨੇ, ਕਿਰਪਾ ਵਾਲੇ ਨੇ। ਅਜੂਨ ਆਦ ਅਸ਼ੇਖ, ਤੇ ਜੂਨੀਆਂ ਤੋਂ ਆਦ ਤੋਂ ਉਹ ਰਹਿਤ ਹਨ, ਅਜਨਮਾ ਹਨ, ਜੂਨੀਆਂ ਦੇ ਵਿੱਚ ਨਹੀਂ ਆਉਂਦੇ। ਐਸਾ ਉਹ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਜਿਹੜਾ ਹੈ ਉਹ ਮੰਨਿਆ ਗਿਆ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ। ਅਸੇਖ ਕਹਿ ਦਿੰਦੇ ਸੰਪੂਰਨ। ਤਾਂ ਆਦ ਪੁਰਖ ਜਿਹੜਾ ਵਾਹਿਗੁਰੂ ਉਦਾਰ ਮੂਰਤੀ ਹੈ, ਦਿਆਲੂ ਕਿਰਪਾਲੂ ਹੈ, ਉਹ ਅਸੇਕ ਸੰਪੂਰਨ ਜੂਨੀਆਂ ਆਦਿਕਾਂ ਤੋਂ ਰਹਿਤ ਹਨ। ਦੇਸ ਔਰ ਨਾ ਭੇਸ ਜਾਕਰ, ਰੂਪ ਰੇਖ ਨਾ ਰਾਗ। ਇਹ ਅਕਾਲ ਪੁਰਖ ਜੀ ਤੇਰਾ ਸਰੂਪ ਇਸ ਤਰ੍ਹਾਂ ਦਾ ਹੈ, ਜਾਕਰ ਜਿਸ ਦਾ ਕੋਈ ਵੀ ਖਾਸ ਦੇਸ਼ ਨਹੀਂ, ਕੋਈ ਭੇਸ ਨਹੀਂ, ਲਿਬਾਸ ਨਹੀਂ, ਤੇ ਨਾ ਹੀ ਕੋਈ ਉਸ ਦੀ ਰੂਪ ਰੇਖਾ ਨੂੰ ਜਾਣ ਸਕਦਾ ਹੈ, ਤੇ ਨਾ ਹੀ ਉਹ ਕਿਸੇ ਦੇ ਵਿਸ਼ੇਸ਼ ਕਰਕੇ ਰਾਗ ਮੋਹ ਦੇ ਵਿੱਚ ਬੱਝਾ ਹੋਇਆ, ਪਕੜ ਦੇ ਵਿੱਚ ਹੈ, ਮੋਹ ਆਦਿਕਾਂ ਦੇ ਵਿੱਚ ਨਹੀਂ, ਮੋਹ ਆਦਿਕ ਉਹਦੇ ਵਿੱਚ ਨਹੀਂ। ਐਸਾ ਵਾਹਿਗੁਰੂ ਜੀ ਦਾ ਸਰੂਪ ਹੈ। ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨਰਾਗ। ਜਤਰ ਤਤਰ ਦਿਸਾ ਵਿਸਾ, ਜਤਰ ਤਤਰ ਜਿੱਥੇ ਕਿੱਥੇ, ਦਿਸ਼ਾ ਚਾਰਾਂ ਦਿਸ਼ਾਂ ਵਿੱਚ, ਤੇ ਚਾਰਾਂ ਦਿਸ਼ਾਂ ਦੇ ਵਿਸ਼ੇ ਕੋਨਿਆਂ ਵਿੱਚ, ਨੁਕਰਾਂ ਵਿੱਚ ਅਨੁਰਾਗ ਪ੍ਰੇਮ ਰੂਪ ਹੋ ਕੇ ਉਹ ਫੈਲਿਆ, ਵਿਆਪਕ ਹੋ ਰਿਹਾ, ਪ੍ਰੇਮ ਰੂਪ ਕਰਕੇ ਨਿਵਾਸ ਕਰ ਰਿਹਾ। ਪ੍ਰੇਮ ਉਹਦਾ ਸਰੂਪ ਮੰਨਿਆ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਨਾ, ਸੁਣੋ ਮੀਤ ਐਸਾ ਪ੍ਰੇਮ ਪਿਆਰ,
ਜੀ ਪ੍ਰਾਨ ਘਟ ਘਟ ਆਧਾਰ। ਵਾਹਿਗੁਰੂ ਦਾ ਸਰੂਪ ਕੀ ਹੈ? ਪ੍ਰੇਮ। ਤੇ ਪ੍ਰੇਮ ਰੂਪ ਹੋ ਕੇ ਉਹ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ। ਜਿੱਥੇ ਪ੍ਰੇਮ ਦਿਖੇ, ਸ਼ੁੱਧ ਭਾਵਨਾ ਦਿਖੇ, ਉੱਥੇ ਉਹ ਹਾਜ਼ਰ ਹੁੰਦਾ। ਜਿਵੇਂ ਰੋਟੀ ਤੋਂ ਬਿਨਾ ਬੰਦਾ ਮਰਦਾ ਹੈ, ਇਦਾਂ ਪ੍ਰੇਮ ਤੋਂ ਬਿਨਾ, ਭਾਵਨਾ ਤੋਂ ਬਿਨਾ ਇੱਕ ਹਿਸਾਬ ਦੇ ਨਾਲ ਇਹ ਕਹਿਣਾ ਬਣਦਾ ਤਾਂ ਨਹੀਂ, ਪਰ ਪਰਮੇਸ਼ਰ ਮਰਦਾ ਹੈ। ਜਿੱਥੇ ਪ੍ਰੇਮ ਨਹੀਂ ਉੱਥੇ ਵਾਹਿਗੁਰੂ ਵੀ ਨਹੀਂ। ਹੁਣ ਕਈ ਸੱਜਣ ਕਹਿ ਦਿੰਦੇ ਆ ਜੀ ਪ੍ਰੇਮ ਹੋਣਾ ਚਾਹੀਦਾ, ਤਾਂ ਕਹਿੰਦੇ ਵੀ ਕੋਈ ਥਰਮਾਮੀਟਰ ਇਦਾਂ ਦਾ ਤੇ ਬਣਿਆ ਨਹੀਂ ਜਿਹਦੇ ਨਾਲ ਚੈੱਕ ਕਰ ਲਈਏ ਵੀ ਕਿੰਨਾ ਕੁ ਪ੍ਰੇਮ ਹੈ। ਪ੍ਰੇਮ ਦੀ ਤੇ ਕਮਾਈ ਕਰਨੀ ਪੈਂਦੀ ਹੈ ਬਾਹਰ, ਭਾਵਨਾ ਦੀ ਕਮਾਈ ਕਰਨੀ ਪੈਂਦੀ ਹੈ ਬਾਹਰ। ਜਿਵੇਂ ਕੋਈ ਸੱਜਣ ਹੋਵੇ, ਬੱਚੇ ਦੇ ਪਾਟੇ ਕੱਪੜੇ ਹੋਣ, ਭੁੱਖਾ ਮਰਦਾ ਹੋਵੇ ਨਿਆਣਾ, ਤੇ ਉਹਦੇ ਬਾਪੂ ਨੂੰ, ਉਹਦੇ ਘਰ ਵਾਲਿਆਂ ਨੂੰ, ਆਪਣੇ ਪਰਿਵਾਰ ਨੂੰ ਕੋਈ ਜਾਣਾ ਕਵੇ, ਸੱਜਣ ਕਵੇ ਵੀ ਤੁਹਾਡੇ ਬੱਚੇ ਦੇ ਹਾਲਾਤ ਬੜੇ ਮਾੜੇ, ਉਹ ਕਵੇ ਨਹੀਂ ਨਹੀਂ ਮੇਰਾ ਤੇ ਦਿਲੋਂ ਪ੍ਰੇਮ ਆ, ਵੀ ਰੋਟੀ ਤੂੰ ਨਾ ਦੇ, ਕੱਪੜੇ ਤੂੰ ਨਾ ਦੇ। ਇਹ ਕਿੱਦਾਂ ਪਤਾ ਵੀ ਇਹ ਕਿੱਦਾਂ ਦਾ ਪ੍ਰੇਮ ਆ? ਇਸੇ ਤਰ੍ਹਾਂ ਕਿਸੇ ਦਾ ਬਜ਼ੁਰਗ ਹੋਵੇ, ਵਿਚਾਰਾ ਬਾਹਰ ਗਲੀਆਂ ਤੁਰਿਆ ਫਿਰਦਾ ਹੋਵੇ, ਬੱਚੇ ਉਹਨੂੰ ਸਾਂਭਦੇ ਨਾ ਹੋਣ, ਮਾਂ ਪਿਓ ਨੂੰ, ਪਾਟੇ ਕੱਪੜੇ ਹੋਣ, ਰੋਟੀ ਕੋਈ ਦਿੰਦਾ ਨਾ ਹੋਵੇ, ਤੇ ਕੋਈ ਉਹਨਾਂ ਨੂੰ ਕਵੇ ਉਹ ਤੁਹਾਡੇ ਬਜ਼ੁਰਗ ਦੇ ਤੇ ਇਦਾਂ ਦੇ ਹਾਲਾਤ, ਉਹ ਕਵੇ ਨਾ ਨਾ ਮੈਂ ਤਾਂ ਦਿਲੋਂ ਸਤਿਕਾਰ ਕਰਦਾ, ਮੈਂ ਤਾਂ ਦਿਲੋਂ ਪ੍ਰੇਮ ਰੱਖਦਾ। ਇਦਾਂ ਨਹੀਂ ਹੁੰਦਾ ਹੈ। ਪ੍ਰੇਮ ਦੀ ਕਮਾਈ ਕਰਨੀ ਪੈਂਦੀ ਹੈ। ਕਿੱਦਾਂ ਪਤਾ ਲੱਗਦਾ ਪ੍ਰੇਮ ਆ? ਇਹ ਹਰ ਰੋਜ਼ ਮਹਾਰਾਜ ਦੇ ਦਰਸ਼ਨ ਕਰਦਾ, ਘਰੇ ਬੈਠੇ ਨਹੀਂ ਪ੍ਰੇਮ ਦਾ ਪਤਾ ਲੱਗਦਾ ਹੁੰਦਾ। ਕਥਾ ਸੁਣਦਾ ਹੈ, ਕੀਰਤਨ ਸੁਣਦਾ ਹੈ, ਭਾਂਡੇ ਮਾਂਜਦਾ ਹੈ, ਸੇਵਾ ਕਰਦਾ, ਇਦਾਂ ਪ੍ਰੇਮ ਦੀ ਕਮਾਈ ਕਰਨੀ ਪੈਂਦੀ ਹੈ। ਤੇ ਪ੍ਰੇਮ ਰੂਪ ਹੋ ਕੇ ਉਹਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਰੂਪ ਧਾਰ ਕੇ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਦੇ ਵਿੱਚ ਬੈਠਾ ਹੋਇਆ ਹੈ। ਜਿੱਥੇ ਈਰਖਾ ਨਾ ਹੋਵੇ, ਦਵੈਸ਼ ਨਾ ਹੋਵੇ, ਸ਼ੁੱਧ ਭਾਵ ਹੋਵੇ, ਸ਼ੁੱਧ ਪ੍ਰੇਮ ਹੋਵੇ, ਬਿਨਾਂ ਮਤਲਬ ਤੋਂ, ਬਿਨਾਂ ਵਕਾਰ ਤੋਂ, ਉੱਥੇ ਉਹ ਵਾਹਿਗੁਰੂ ਹਾਜ਼ਰ ਨਾਜ਼ਰ ਬੈਠਾ ਮੰਨਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸੁਮਤ ਬਖਸ਼ਣੀ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਪਾਰ। ਆਪ ਹਾਥ ਤੇ ਰਾਖ ਮੋਹੇ, ਮਨ ਬਚ ਕਰਮ ਵਿਚਾਰ। ਆਓ ਹੁਣ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ ਜੀ। ਦੇਸ ਔਰ ਨਾ ਭੇਸ ਜਾਕਰ, ਰੂਪ ਰੇਖ ਨਾ ਰਾਗ। ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ